ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਅਨਮੋਲ ਸਿੰਘ ਔਰ ਮੈਂ ਤੁਹਾਡਾ ਸਵਾਗਤ ਕਰਦਾ ਹਾਂ AOC ਦੇ ਇਸ ਆਨਲਾਈਨ ਪਲੇਟਫਾਰਮ ਦੇ ਉੱਪਰ। ਔਰ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਜੇ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਜਿੰਨੀਆਂ ਵੀ ਅਪਡੇਟਸ ਹੈਗੀਆਂ ਉਹ ਮਿਲਦੀਆਂ ਰਹਿਣ। ਠੀਕ ਹੈ ਜੀ। ਔਰ ਜੇ ਇਸ ਦੇ ਨਾਲ ਨਾਲ ਤੁਸੀਂ ਸਾਡਾ ਪਲੇ ਸਟੋਰ ਦੇ ਉੱਪਰ ਸਾਡੀ ਜਿਹੜੀ ਐਪ ਹੈਗੀ ਹੈ AOC ਅਕੈਡਮੀ ਦੀ, ਉਸ ਨੂੰ ਜਾ ਕੇ ਸਰਚ ਕਰ ਲੈਣਾ ਔਰ ਉੱਥੇ ਤੁਸੀਂ ਇਹਨੂੰ ਇੰਸਟਾਲ ਕਰ ਲੈਣਾ। ਠੀਕ ਹੈ ਜੀ। ਇਸ ਦੇ ਉੱਪਰ ਤੁਹਾਨੂੰ ਗਵਰਨਮੈਂਟ ਜੋਬ ਤੇ ਜੋ ਵੀ ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਜਿਹੜੀਆਂ ਉਹ ਸਾਰੀਆਂ ਵੀਡੀਓਜ਼ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਇੱਥੇ ਮਿਲ ਜਾਣਗੀਆਂ ਔਰ ਜਿਹੜਾ ਇੱਥੇ ਤੁਹਾਨੂੰ ਕੰਟੈਂਟ ਮਿਲੇਗਾ ਉਹ ਤੁਹਾਨੂੰ ਦਾ ਬੈਸਟ ਮਿਲੇਗਾ। ਠੀਕ ਹੈ ਜੀ। ਤਾਂ ਇਹ ਤੁਹਾਨੂੰ ਜਾਣਕਾਰੀ ਦੇਣੀ ਸੀ ਔਰ ਤੁਸੀਂ ਇਸ ਨੂੰ ਜਾ ਕੇ ਇੰਸਟਾਲ ਕਰ ਲੈਣਾ ਜੀ। ਠੀਕ ਹੈ ਜੀ। ਔਰ ਮੈਂ ਤੁਹਾਨੂੰ ਇੱਥੇ ਪੰਜਾਬੀ ਮਾਸਟਰ ਕੇਡਰ ਟੀਚ ਕਰੂੰਗਾ ਔਰ ਅੱਜ ਦਾ ਜਿਹੜਾ ਆਪਣਾ ਟੌਪਿਕ ਹੈਗਾ ਉਹ ਹੈਗਾ ਆਪਣਾ ਪੰਜਾਬੀ ਕਿੱਸਾ ਕਾਵਿ। ਠੀਕ ਹੈ ਜੀ। ਤਾਂ ਪੰਜਾਬੀ ਕਿੱਸਾ ਕਾਵਿ ਜਿਹੜਾ ਆਪਣੇ ਕੋਲੇ ਇਹ ਫਾਰਸੀ ਕਵਿਤਾ ਤੋਂ ਨਿਕਲ ਕੇ ਆਉਂਦਾ ਹੈਗਾ ਔਰ ਇਹ ਆਪਣੇ ਕੋਲੇ ਮੱਧਕਾਲ ਦੀ ਦੇਣ ਹੈ। ਠੀਕ ਹੈ ਜੀ। ਮੱਧਕਾਲ ਜਿਹੜਾ ਆਪਣਾ ਹੈਗਾ ਉਹ 1500 ਈਸਵੀ ਤੋਂ ਸ਼ੁਰੂ ਹੁੰਦਾ, ਜਿਹੜਾ ਕਿ ਆਪਣਾ 1700 ਈਸਵੀ ਤੱਕ 1500 ਤੋਂ ਲੈ ਕੇ 1900 ਈਸਵੀ ਤੱਕ ਚੱਲਦਾ ਹੈਗਾ। ਠੀਕ ਹੈ ਜੀ। ਉਦੋਂ ਬਾਅਦ ਜਿਹੜਾ ਆਪਣਾ ਆਧੁਨਿਕ ਕਾਵਿ ਉਹ ਸ਼ੁਰੂ ਹੋ ਜਾਂਦਾ ਹੈਗਾ ਔਰ ਆਪਣਾ ਜਿਹੜਾ ਆਦਿਕਾਲ ਹੈਗਾ ਉਹ 1500 ਈਸਵੀ ਤੇ ਆ ਕੇ ਖਤਮ ਹੋ ਜਾਂਦਾ ਹੈਗਾ ਔਰ ਇਸੇ ਮੱਧਕਾਲ ਨੂੰ ਜਿਹੜਾ ਆਪਣਾ ਪੰਜਾਬੀ ਸਾਹਿਤ ਦਾ ਸੁਨਹਿਰੀ ਕਾਲ ਵੀ ਕਿਹਾ ਜਾਂਦਾ ਹੈਗਾ। ਜੇ ਤੁਹਾਨੂੰ ਉੱਥੇ ਪੇਪਰ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਕਈ ਵਾਰ ਪੁੱਛ ਲੈਂਦੇ ਆ ਵੀ ਪੰਜਾਬੀ ਸਾਹਿਤ ਦਾ ਸੁਨਹਿਰੀ ਕਾਲ ਕਿਹੜਾ ਸੀ, ਆਪਣੇ ਪੰਜਾਬੀ ਸਾਹਿਤ ਦਾ ਸੁਨਹਿਰੀ ਕਾਲ ਕਿਹੜਾ ਹੈਗਾ, ਉਹ ਹੈਗਾ ਮੱਧਕਾਲ। ਠੀਕ ਹੈ ਜੀ। ਇਹ ਜਿਹੜੀ ਕਿੱਸਾ ਕਾਵਿਧਾਰਾ ਪੰਜਾਬੀ, ਖਾਸ ਕਰਕੇ ਪੰਜਾਬੀ ਕਿੱਸਾ ਕਾਵਿਧਾਰਾ, ਤਾਂ ਇਹ ਆਪਣੇ ਕੋਲੇ ਜਿਹੜੀ ਗੁਰੂ ਨਾਨਕ ਕਾਲ ਦੇ ਵਿੱਚ ਹੀ ਉਪਜੀ। ਠੀਕ ਹੈ ਜੀ। ਔਰ ਇਹ ਮੱਧਕਾਲ ਤੋਂ ਜਾਂਦੀ ਜਾਂਦੀ ਆਧੁਨਿਕ ਕਾਲ ਤੱਕ ਕੀ ਆਪਦੇ ਚਰਮ ਸੀਮਾ ਤੇ ਪਹੁੰਚ ਕੇ ਜਿਹੜੀ ਖਾਤਮੇ ਵੱਲ ਨੂੰ ਉਹ ਵਧਣ ਲੱਗ ਜਾਂਦੀ ਹੈ। ਠੀਕ ਹੈ ਜੀ। ਤਾਂ ਜਿਹੜੀ ਆਪਣੇ ਕੋਲੇ ਇਹ ਪੰਜਾਬੀ ਕਿੱਸਾ ਕਾਵਿ ਹੈਗਾ, ਇਹ ਫਾਰਸੀ ਕਵਿਤਾ ਦਾ ਪ੍ਰਸਿੱਧ ਰੂਪ ਮਸਨਵੀ ਤੋਂ ਪ੍ਰਭਾਵਿਤ ਹੈਗਾ ਆਪਣਾ ਪੰਜਾਬੀ ਕਿੱਸਾ ਕਾਵਿ। ਠੀਕ ਹੈ ਜੀ। ਮਸਨਵੀ ਜਿਹੜਾ ਹੈਗਾ ਇਹ ਫਾਰਸੀ ਭਾਸ਼ਾ ਦੇ ਵਿੱਚ ਲੰਮੀ ਕਹਾਣੀ ਨੂੰ ਕੀ ਕਿਹਾ ਜਾਂਦਾ ਹੈਗਾ, ਲੰਮੀ ਕਹਾਣੀ ਨੂੰ ਮਸਨਵੀ ਕਿਹਾ ਜਾਂਦਾ ਹੈਗਾ। ਕਿਹਦੇ ਵਿੱਚ? ਫਾਰਸੀ ਦੇ ਵਿੱਚ। ਤਾਂ ਫਾਰਸੀ ਦੇ ਵਿੱਚ ਦੋ ਮੇਨ ਜਿਹੜੇ ਉਹ ਕਾਵਿ ਰੂਪ ਚੱਲਦੇ, ਇੱਕ ਮਸਨਵੀ ਔਰ ਇੱਕ ਕਸੀਦਾ। ਜਿਹੜੀ ਲੰਮੀ ਕਹਾਣੀ ਹੈ ਜਿਹਨੂੰ ਵਾਰਤਾ ਕਹਿ ਦਿੰਦੇ ਆ, ਉਹਦੇ ਲਈ ਮਸਨਵੀ ਔਰ ਕਸੀਦਾ ਜਿਹੜਾ ਉਹ ਕਵਿਤਾ ਲਈ ਵਰਤਿਆ ਜਾਂਦਾ ਸੀ ਫਾਰਸੀ ਦੇ ਵਿੱਚ। ਤਾਂ ਜਿਹੜਾ ਫਾਰਸੀ ਦਾ ਕਾਵਿ ਰੂਪ ਜਿਹੜਾ ਪ੍ਰਸਿੱਧ ਰੂਪ ਮਸਨਵੀ ਹੈ, ਉਹ ਕੀ ਆਪਣੇ ਪੰਜਾਬੀ ਕਿੱਸਾ ਕਾਵਿ ਦਾ ਕੀ ਆ ਉਹ ਆਧਾਰ ਬਣਦਾ। ਠੀਕ ਹੈ ਜੀ। ਔਰ ਜਿਹੜਾ ਕਿੱਸਾ ਸ਼ਬਦ ਹੈ, ਕਿੱਸਾ ਸ਼ਬਦ ਕਿਹੜੀ ਭਾਸ਼ਾ ਦਾ ਸ਼ਬਦ ਹੈਗਾ? ਅਰਬੀ ਭਾਸ਼ਾ ਦਾ ਸ਼ਬਦ ਹੈਗਾ। ਠੀਕ ਹੈ। ਤਾਂ ਇਸ ਚੀਜ਼ ਨੂੰ ਥੋੜਾ ਜਿਹਾ ਧਿਆਨ 'ਚ ਰੱਖਣਾ ਵੀ ਉੱਥੇ ਤੁਹਾਨੂੰ ਪੇਪਰ ਦੇ ਵਿੱਚ ਜੇ ਪੁੱਛ ਲੈਣ ਵੀ ਕਿੱਸਾ ਸ਼ਬਦ ਕਿਸ ਭਾਸ਼ਾ ਦਾ ਸ਼ਬਦ ਹੈ, ਤਾਂ ਤੁਸੀਂ ਕਿਸ ਭਾਸ਼ਾ ਦਾ ਸ਼ਬਦ ਆਖੋਗੇ? ਅਰਬੀ ਭਾਸ਼ਾ ਦਾ ਸ਼ਬਦ ਹੈ। ਔਰ ਜੇ ਤੁਹਾਨੂੰ ਉੱਥੇ ਪੁੱਛ ਲੈਣ ਵੀ ਜਿਹੜੀ ਆਪਣੀ ਪੰਜਾਬੀ ਕਿੱਸਾ ਕਾਵਿ ਕਿਸ ਕਾਵਿ ਤੋਂ ਪ੍ਰਭਾਵਿਤ ਹੈ ਜਾਂ ਇਹਦਾ ਜਿਹੜਾ ਉਤਭਵ ਹੈਗਾ ਉਹ ਕਿਹੜੇ ਕਾਵਿ ਤੋਂ ਹੁੰਦਾ, ਤਾਂ ਉੱਥੇ ਕੀ ਆਖਾਂਗੇ ਆਪਾਂ? ਫਾਰਸੀ ਮਸਨਵੀ। ਉੱਥੇ ਇਹਨਾਂ ਦੋਨਾਂ ਚੀਜ਼ਾਂ ਨੂੰ ਰਲਗੱਡ ਨਾ ਕਰਦੇ ਜੀ। ਠੀਕ ਹੈ ਜੀ। ਤਾਂ ਇੱਥੇ ਇਹ ਚੀਜ਼ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਜੇ ਵੀ ਜਿਹੜੀ ਆਪਣੀ ਪੰਜਾਬੀ ਕਿੱਸਾ ਕਾਵਿ ਹੈਗਾ ਇਹਦਾ ਆਧਾਰ ਸਰੋਤ ਕੀ ਹੈਗੀ ਆ? ਫਾਰਸੀ ਕਵਿਤਾ। ਫਾਰਸੀ ਕਵਿਤਾ ਦਾ ਰੂਪ ਮਸਨਵੀ। ਤਾਂ ਆਪਾਂ ਕਹਿ ਸਕਦੇ ਵੀ ਫਾਰਸੀ ਮਸਨਵੀ ਤੋਂ ਪ੍ਰਭਾਵਿਤ ਹੋ ਕੇ ਹੀ ਪੰਜਾਬੀ ਦੇ ਵਿੱਚ ਕਿੱਸਾ ਕਾਵਿ ਆਇਆ ਹੈਗਾ। ਠੀਕ ਹੈ ਜੀ। ਔਰ ਜਿਹੜਾ ਕਿੱਸਾ ਸ਼ਬਦ ਹੈ ਇਕੱਲਾ, ਉਹ ਅਰਬੀ ਭਾਸ਼ਾ ਦਾ ਸ਼ਬਦ ਹੈਗਾ। ਠੀਕ ਹੈ ਜੀ। ਤਾਂ ਜਿਹੜਾ ਇਹ ਅਰਬੀ ਭਾਸ਼ਾ ਦਾ ਸ਼ਬਦ ਹੈਗਾ ਕਿੱਸਾ, ਇਸ ਦੀ ਮੂਲ ਧਾਤੂ ਤੋਂ ਭਾਵ ਜਦੋਂ ਆਪਾਂ ਸ਼ਬਦ ਰਚਨਾ ਕਰਾਂਗੇ ਨਾ ਵਿਆਕਰਣ ਦੇ ਵਿੱਚ, ਤਾਂ ਤੁਹਾਨੂੰ ਉੱਥੇ ਸਾਰਾ ਕੁਝ ਦੱਸਾਂਗੇ ਵੀ ਮੂਲ ਧਾਤੂ ਕੀ ਹੁੰਦੀ ਹੈ, ਸ਼ਬਦ ਕਿਵੇਂ ਬਣਦੇ ਆ, ਕਿਵੇਂ ਰਚੇ ਜਾਂਦੇ ਆ, ਸ਼ਬਦਾਂ ਦੀਆਂ ਗਾਂਹ ਕੀ ਟਾਈਪਸ ਹੁੰਦੀਆਂ ਤੇ ਇਹਨਾਂ ਦੇ ਅਰਥ ਕਿਵੇਂ ਨਿਕਲਦੇ ਆ। ਠੀਕ ਹੈ ਜੀ। ਤਾਂ ਜਿਹੜੀ ਕਿੱਸਾ ਸ਼ਬਦ ਹੈ ਇਹਦਾ ਜਿਹੜਾ ਮੂਲ ਧਾਤੂ ਹੈਗੀ ਉਹ ਆਪਣੇ ਕੋਲ ਸ਼ਬਦ ਹੈਗਾ ਕਸ। ਕਸ ਤੋਂ ਭਾਵ ਹੈ ਪਿੱਛੇ ਜਾਣਾ ਜਾਂ ਪਿੱਛਾ ਕਰਨਾ ਜਾਂ ਕਹਾਣੀ, ਕਥਾ, ਬਿਰਤਾਂਤ। ਇਹਦੇ ਕੋਸ਼ਗਤ ਅਰਥ ਹੈ ਕੁਛ। ਠੀਕ ਹੈ ਜੀ। ਤਾਂ ਜੇ ਇੱਕ ਜਰਨਲ ਵੈਸੇ ਆਪਾਂ ਆਮ ਮਤਲਬ ਦੇਖ ਗਏ ਤਾਂ ਇਸ ਦੀ ਅਰਥ ਬਣਦੇ ਹੈਗੇ ਪਿੱਛਾ ਜਾਣਾ ਜਾਂ ਪਿੱਛਾ ਕਰਨਾ। ਔਰ ਜੇ ਇਹਦੇ ਕੋਸ਼ਗਤ ਅਰਥਾਂ ਦੇ ਵਿੱਚ ਜਾਏਗੀ ਤਾਂ ਇਸਦਾ ਅਰਥ ਹੁੰਦਾ ਹੈਗਾ ਕਹਾਣੀ, ਕਥਾ ਜਾਂ ਬਿਰਤਾਂਤ। ਕਿਸੇ ਕਹਾਣੀ ਨੂੰ ਜਾਂ ਕਥਾ ਨੂੰ ਉਸਨੂੰ ਬਿਰਤਾਂਤਕ ਰੂਪ ਦੇ ਕੇ ਪੇਸ਼ ਕਰਨਾ, ਉਸ ਨੂੰ ਕੀ ਕਹਿੰਦੇ ਹੈਗੇ ਆ? ਕਿੱਸਾ ਕਹਿੰਦੇ ਹੈਗੇ ਆ। ਠੀਕ ਹੈ ਜੀ। ਕਿਉਂਕਿ ਇਹ ਫਾਰਸੀ ਮਸਨਵੀ ਤੋਂ ਪ੍ਰਭਾਵਿਤ ਹੈ ਤਾਂ ਇਸ ਦੇ ਜਿਹੜੇ ਕਾਫੀ ਤੱਤ ਹੈਗੇ ਆ ਜਾਂ ਲੱਛਣ ਹੈ ਉਹ ਕਿਹਦੇ ਨਾਲ ਰਲਦੇ ਮਿਲਦੇ ਹੈਗੇ ਆ? ਫਾਰਸੀ ਮਸਨਵੀ ਨਾਲ ਮਿਲਦੇ ਆ। ਔਰ ਜਿਹੜੀ ਕਿੱਸਾ ਕਾਵਿਧਾਰਾ ਹੈਗੀ ਹੈ, ਇਹ ਸਾਰੇ ਜਿੰਨੇ ਵੀ ਕਵੀ ਸੀਗੇ, ਇਹ ਕਿਹੜੇ ਕਵੀ ਸੀਗੇ? ਇਹ ਮੁਸਲਮਾਨ ਕਵੀ ਸੀ। ਔਰ ਜਿੰਨਾ ਪੰਜਾਬੀ ਕਿੱਸਾ ਕਾਵਿ ਹੈਗਾ ਆਪਣੇ ਕੋਲੇ, ਇਹਦੇ ਸਾਰੇ ਦਾ ਸਾਰਾ ਪ੍ਰਭਾਵ ਕਿਹੜੇ ਕਾਵਿ ਦਾ ਹੈਗਾ? ਸੂਫੀ ਕਾਵਿ ਦਾ ਹੈਗਾ। ਠੀਕ ਹੈ ਜੀ। ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਵੀ ਜਿਹੜਾ ਆਪਣਾ ਪੰਜਾਬੀ ਕਿੱਸਾ ਕਾਵਿ ਹੈਗਾ ਇਹਦੇ ਉੱਪਰ ਕਿਹੜੇ ਕਾਵਿ ਦਾ ਜ਼ਿਆਦਾ ਹੈਗਾ ਪ੍ਰਭਾਵ? ਉਹ ਹੈਗਾ ਸੂਫੀ ਕਾਵਿ ਦਾ। ਠੀਕ ਹੈ ਜੀ। ਇਸੇ ਤਰ੍ਹਾਂ ਜਿੱਥੇ ਫਾਰਸੀ ਦੇ ਵਿੱਚ
ਫਾਰਸੀ ਮਸਨਵੀ ਦੇ ਵਿੱਚ ਹਰ ਪ੍ਰਕਾਰ ਦਾ ਵਿਸ਼ਾ ਲਿਆ ਜਾਂਦਾ ਸੀ, ਉੱਥੇ ਪੰਜਾਬੀ ਕਵਲੀਆਂ ਨੇ ਕੇਵਲ ਇਸ਼ਕ ਪ੍ਰੇਮ ਕਹਾਣੀ ਹੀ ਲਈ। ਠੀਕ ਹੈ ਜੀ। ਤੇ ਇੱਥੇ ਸਮਝਣ ਵਾਲੀ ਚੀਜ਼ ਇਹ ਹੈ ਵੀ ਫਾਰਸੀ ਮਸਨਵੀ ਜਿਹੜਾ ਕਿ ਉਧਰ ਫਾਰਸੀ ਦੇ ਅਰਬੀ ਦੇ ਸਾਹਿਤ ਦੇ ਵਿੱਚ ਜਦੋਂ ਕਵੀ ਰਚਨਾ ਕਰਦਾ ਸੀ ਤਾਂ ਉਹ ਹਰ ਪ੍ਰਕਾਰ ਦਾ ਵਿਸ਼ਾ ਆਪਣੇ ਅੰਦਰ ਲੈ ਲੈਂਦੇ ਸੀ, ਭਾਵੇਂ ਉਹ ਇਤਿਹਾਸਕ ਹੋਵੇ, ਭਾਵੇਂ ਉਹ ਅਣ ਇਤਿਹਾਸਕ ਹੋਵੇ, ਭਾਵੇਂ ਉਹ ਪ੍ਰੇਮ ਕਹਾਣੀ ਹੋਵੇ ਜਾਂ ਵੀਰ ਗਾਥਾ ਹੋਵੇ। ਠੀਕ ਹੈ। ਤਾਂ ਪਰ ਉਹ ਲਿਆ ਜਾਂਦਾ ਸੀ। ਪਰ ਆਪਣੇ ਜਿਹੜਾ ਪੰਜਾਬੀ ਕਿੱਸਾ ਕਾਵਿ ਸੀਗਾ ਉਹਦੇ ਵਿੱਚ ਕੇਵਲ ਇਸ਼ਕ ਜਾਂ ਪ੍ਰੇਮ ਦੀ ਕਹਾਣੀ ਹੀ ਲਈ ਜਾਂਦੀ ਹੈ। ਤੁਸੀਂ ਜਿੰਨੇ ਵੀ ਦੇਖੋਗੇ ਸ਼ੁਰੂਆਤੀ ਦੌਰ ਦੇ ਕਿੱਸਾਕਾਰ 18ਵੀਂ ਸਦੀ ਤੱਕ ਉਹਨਾਂ ਨੇ ਸਿਰਫ ਆਪਣੀਆਂ ਕੁਝ ਕੁ ਜਿਹੜੇ ਪ੍ਰੇਮ ਗਾਥਾਵਾਂ ਸੀ 8, ਜਿਹਦੇ ਵਿੱਚ ਹੀਰ ਰਾਂਝਾ, ਮਿਰਜ਼ਾ ਸਾਹਿਬਾ, ਸੱਸੀ ਪੁੰਨੂ, ਯੂਸਫ ਜ਼ੁਲੈਖਾ ਤੇ ਆਪਣੇ ਕੋਲੇ ਹੋਰ ਹੈਗੇ ਆ ਸੋਹਣੀ ਮਹੀਵਾਲ। ਠੀਕ ਹੈ। ਤਾਂ ਇਹਨਾਂ ਪ੍ਰੇਮ ਕਹਾਣੀਆਂ ਨੂੰ ਹੀ ਆਧਾਰ ਬਣਾ ਕੇ ਜਿਹੜੇ ਆਪਣੇ ਉਹ ਕਿੱਸਾ ਕਾਵਿ ਰਚੇ। ਜਿਹੜੀ ਵੀਰ ਕਿੱਸੇ ਹੈਗੇ ਉਹ ਆਪਣੇ ਗਾਂ ਭਗਵਾਨ ਸਿੰਘ ਤੇ ਕ੍ਰਿਸ਼ਨ ਸਿੰਘ ਆਰਫੋਰੀ 19ਵੀਂ ਸਦੀ ਦੇ ਵਿੱਚ ਜਾ ਕੇ ਜਿਹੜੇ ਉਹ ਵੀਰ ਕਾਵਿ ਵੱਲ ਜਿਹੜਾ ਆਪਣਾ ਉਹ ਕਿੱਸਾ ਕਾਵਿ ਵੱਧਦਾ। ਤਾਂ ਜਿਹੜਾ ਸ਼ੁਰੂਆਤੀ ਦੌਰ ਦਾ ਜਾਂ ਜਿੰਨਾ ਸੁਨਹਿਰੀ ਕਾਲ ਹੈਗਾ ਕਿੱਸਾ ਕਾਵਿ ਦਾ, ਉਹ ਸਾਰੇ ਵਿੱਚ ਕੀ ਹੈਗੀਆਂ ਇਸ਼ਕ ਤੇ ਪ੍ਰੇਮ ਦੀਆਂ ਕਹਾਣੀਆਂ ਹੀ ਦਰਜ ਹੈਗੀਆਂ। ਠੀਕ ਹੈ ਜੀ। ਇਹ ਬਹੁਤ ਹੀ ਇੰਪੋਰਟੈਂਟ ਗੱਲ ਹੈ, ਇਹਨਾਂ ਨੂੰ ਨੋਟ ਕਰ ਲਿਆ ਜੇ ਔਰ ਇਹਨੂੰ ਰਲ ਘਟ ਨਾ ਕਰਿਆ ਜੇ, ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਜੇ। ਠੀਕ ਹੈ ਜੀ। ਤਾਂ ਜਿਹੜੇ ਫਾਰਸੀ ਮਸਨਵੀ ਦੇ ਵਿੱਚ ਦੋ ਕਾਵਿ ਰੂਪ, ਫਾਰਸੀ ਦੇ ਵਿੱਚ ਤਾਂ ਦੋ ਕਾਵਿ ਰੂਪ ਸੀਗੇ, ਮਸਨਵੀ ਤੇ ਕਸੀਦਾ। ਪਰ ਆਪਾਂ ਜਦੋਂ ਗੱਲ ਕਰਾਂਗੇ ਫਾਰਸੀ ਮਸਨਵੀ ਦੀ ਤਾਂ ਇਹਦੇ ਵਿੱਚ ਦੋ ਕਾਵਿ ਰੂਪ ਪ੍ਰਚਲਿਤ ਸੀ। ਗਾਂ ਇਹਦੀਆਂ ਦੋ ਟਾਈਪਸ ਕਹਿ ਸਕਦੇ ਆਪਾਂ। ਠੀਕ ਹੈ। ਇੱਕ ਤਾਂ ਸੀਗੀ ਰਜਮੀਆਂ ਔਰ ਦੂਜੀ ਸੀਗੀ ਬਜਮੀਆਂ। ਰਜਮੀਆਂ ਹੈਗੀ ਜਿਹੜੀ ਇਹਦੇ ਵਿੱਚ ਕਿਸੇ ਜੰਗ ਜਾਂ ਯੁੱਧ ਦੀ ਵਾਰਤਾ ਹੁੰਦੀ ਸੀ ਔਰ ਬਜਮੀਆਂ ਦੇ ਵਿੱਚ ਕੀ ਹੁੰਦੇ ਸੀ ਇਸ਼ਕੀਆ ਬਰਤਾਂਤ ਹੁੰਦਾ ਸੀਗਾ। ਠੀਕ ਹੈ ਜੀ। ਤਾਂ ਇਹ ਹੌਲੀ ਹੌਲੀ ਸਮਾਂ ਪਾ ਕੇ ਜਿਹੜੀ ਰਜਮੀਆਂ ਸੀ ਆਪਣੇ ਸਾਹਿਤ ਦੇ ਵਿੱਚ ਕੀ ਬਣ ਗਈ, ਵਾਰ ਕਾਵਿ ਰੂਪ ਬਣ ਗਈ। ਔਰ ਇਹ ਜਿਹੜੀ ਕਿੱਸਾ ਇਸ਼ਕੀਆ ਬਰਤਾਂਤ ਸੀ ਜਾਂ ਬਜਮੀਆਂ ਸੀ, ਇਹ ਹੌਲੀ ਹੌਲੀ ਸਮਾਂ ਪਾ ਕੇ ਜਾਂ ਰੂਪ ਵਟਾ ਕੇ ਕੀ ਬਣ ਗਈ ਆਪਣੇ ਕੋਲੇ ਕਿੱਸਾ ਕਾਵਿ ਧਾਰਾ ਬਣ ਗਈ। ਤਾਂ ਜਿਵੇਂ ਆਪਾਂ ਪਿੱਛੇ ਪੜ੍ਹ ਕੇ ਆਏ ਵੀ ਇਹਦੇ ਤੇ ਫਾਰਸੀ ਮਸਨਵੀ ਦਾ ਬਹੁਤ ਪ੍ਰਭਾਵ ਹੈਗਾ, ਉਸੇ ਤਰ੍ਹਾਂ ਜਿਹੜਾ ਵੀਰ ਕਾਵਾ ਇਹਦੇ ਉੱਤੇ ਵੀ ਫਾਰਸੀ ਮਸਨਵੀ ਦਾ ਪ੍ਰਭਾਵ ਪਿਆ। ਕਿਉਂਕਿ ਜਦੋਂ ਸ਼ੁਰੂਆਤੀ ਦੌਰ ਦੇ ਜਿਹੜੀਆਂ ਆਪਣੀਆਂ ਰਚਨਾਵਾਂ ਜ਼ਿਆਦਾਤਰ ਮੁਸਲਮਾਨ ਕਵੀਆਂ ਦੀਆਂ ਹੈਗੀਆਂ। ਠੀਕ ਹੈ। ਔਰ ਉਹਨਾਂ ਉੱਤੇ ਸੂਫੀ ਕਾਵਿ ਦਾ ਬਹੁਤ ਪ੍ਰਭਾਵ ਹੈਗਾ। ਠੀਕ ਹੈ ਜੀ। ਔਰ ਇੱਧਰ ਜਦੋਂ ਮੁਗਲ ਸਾਮਰਾਜ ਆਪਣੇ ਕੋਲੇ ਆਉਂਦਾ ਹੈਗਾ 12ਵੀਂ 13ਵੀਂ ਸਦੀ 'ਚ ਆ ਕੇ ਸਥਾਪਿਤ ਹੁੰਦਾ ਹੈਗਾ, ਤਾਂ ਉਦੋਂ ਇਹ ਜਿਹੜੀ ਆਪਣੀ ਕਲਾ ਵੀ ਨਾਲ ਲੈ ਕੇ ਆਉਂਦੇ ਆ। ਤੇ ਆਪਣੀ ਜਿਹੜੀ ਇਹ ਕਲਾ ਦੇ ਵਿੱਚੋਂ ਜਿਹੜੀ ਇਹ ਲਲਿਤ ਕਲਾ ਬੋਲਦੇ ਆ ਇਹਨੂੰ, ਸਾਹਿਤ ਨੂੰ, ਉਹ ਵੀ ਜਿਹੜੀ ਆਪਣੇ ਨਾਲ ਲੈ ਕੇ ਆਈ। ਤਾਂ ਇਹਨਾਂ ਨੇ ਕਿੱਸਿਆਂ ਦਾ ਜਿਹੜਾ ਸਰੋਤ ਆਧਾਰ ਹੈ, ਹਾਲਾਂਕਿ ਜਿੰਨੀਆਂ ਆਪਣੀਆਂ ਪ੍ਰੇਮ ਕਹਾਣੀਆਂ ਉਹਨਾਂ ਦੇ ਵੀ ਜਿਹੜੇ ਸਰੋਤ ਆਧਾਰ ਹੈਗੇ ਆ ਉਹ ਈਰਾਨ, ਇਰਾਕ ਤੇ ਉਧਰਲੀਆਂ ਹੈਗੀਆਂ। ਠੀਕ ਹੈ ਜੀ। ਤਾਂ ਇਸ ਜਿਹੜਾ ਕਿੱਸਾ ਸ਼ਬਦ ਹੈ ਇਹਨੂੰ ਮਾਲਵੇ ਦੇ ਵਿੱਚ ਚਿੱਠਾ ਆਖਿਆ ਜਾਂਦਾ। ਇਹ ਪੇਪਰ ਦੇ ਵਿੱਚ ਕਈ ਵਾਰ ਕੁਐਸਚਨ ਹੈਗਾ, ਨੈਟ ਦੇ ਪੇਪਰਾਂ 'ਚ ਵੀ ਤੇ ਤੁਹਾਡੇ ਮਾਸਟਰ ਗੇਟਰ ਦੇ ਪੇਪਰਾਂ 'ਚ ਵੀ ਪੰਜਾਬ ਕਿੱਸੇ ਨੂੰ ਮਾਲਵੇ ਦੇ ਵਿੱਚ ਕੀ ਕਿਹਾ ਜਾਂਦਾ। ਤਾਂ ਮਾਲਵੇ ਦੇ ਵਿੱਚ ਇਹਨੂੰ ਕੀ ਕਿਹਾ ਜਾਂਦਾ, ਚਿੱਠਾ ਕਿਹਾ ਜਾਂਦਾ ਹੈਗਾ। ਠੀਕ ਹੈ। ਔਰ ਚਿੱਠੇ ਦਾ ਅਰਥ ਕੀ ਹੁੰਦਾ ਹੈਗਾ, ਕੋਈ ਇਸ਼ਕੀਆ ਬਰਤਾਂਤ ਪੇਸ਼ ਕਰਨਾ। ਠੀਕ ਹੈ ਜੀ। ਉਵੇਂ ਹੀ ਹਿੰਦੀ, ਆਪਣੇ ਕੋਲ ਹਿੰਦੀ ਤੇ ਸੰਸਕ੍ਰਿਤ ਹੈਗੀ ਹੈ। ਇਹਦੇ ਵਿੱਚ ਕਿੱਸੇ ਲਈ ਕਿਹੜਾ ਸ਼ਬਦ ਯੂਜ਼ ਕੀਤਾ ਜਾਂਦਾ ਹੈਗਾ, ਉਹ ਹੈਗਾ ਆਪਣੇ ਕੋਲੇ ਆਖਿਆਨ ਜਾਂ ਪ੍ਰੇਮਾਖਿਆਨ, ਯਾਨੀ ਕਿ ਜਿਹਦੇ ਵਿੱਚ ਪ੍ਰੇਮ ਦੀ ਪ੍ਰੀਤ ਦੀ ਗੱਲ ਕੀਤੀ ਹੋਵੇ। ਠੀਕ ਹੈ। ਤਾਂ ਇਹ ਨਹੀਂ ਕਹਿ ਸਕਦੇ ਵੀ ਜਿਹੜੀ ਇਹ ਬਿਲਕੁਲ ਨਵੇਕਲੀ ਕਾਵਿਧਾਰਾ ਸੀਗੀ ਆਪਣੇ ਪੰਜਾਬੀ ਸਾਹਿਤ ਦੇ ਵਿੱਚ ਆਈ। ਇਹਦੇ ਜਿਹੜੇ ਮੁੱਢ ਹੈਗੇ ਆਪਣੇ ਕੋਲੇ ਉਹ ਆਪਣੀ ਮੈਡੀਵਲ ਜਿਹੜੀ ਆਦਿਕਾਲ ਦੇ ਵਿੱਚ ਵੀ ਪਏ ਮਿਲਦੇ ਹੈਗੇ, ਪਰ ਉਹ ਹਿੰਦੀ ਸੰਸਕ੍ਰਿਤ ਦੀ ਸੀਗੀ ਆਪਣੇ ਕੋਲੇ। ਠੀਕ ਹੈ। ਔਰ ਆਪਾਂ ਗੱਲ ਰਹੇ ਇੱਥੇ ਪੰਜਾਬੀ ਕਿੱਸਾ ਕਾਵਿ ਦੀ ਗੱਲ ਕਰ ਰਹੇ ਹੈਗੇ, ਨਰੋਲ ਪੰਜਾਬੀ ਕਿੱਸਾ ਕਾਵਿ ਦੀ। ਠੀਕ ਹੈ। ਤਾਂ ਉੱਥੇ ਇਸ ਚੀਜ਼ ਨੂੰ ਸਮਝ ਕੇ ਚੱਲਣਾ ਵੀ ਜਿਹੜਾ ਆਪਣਾ ਪੰਜਾਬੀ ਕਿੱਸਾ ਕਾਵਿ ਹੈਗਾ ਇਹਦੇ ਉੱਪਰ ਪ੍ਰਭਾਵ ਫਾਰਸੀ ਮਸਨਵੀ ਦਾ ਪਿਆ। ਔਰ ਕਿੱਸਾ ਸ਼ਬਦ ਆ ਜਿਹੜਾ ਉਹ ਅਰਬੀ ਭਾਸ਼ਾ ਦਾ ਸ਼ਬਦ ਹੈਗਾ। ਠੀਕ ਹੈ ਜੀ। ਔਰ ਮਾਲਵੇ ਦੇ ਵਿੱਚ ਕਿਸੇ ਨੂੰ ਕੀ ਆਖਿਆ ਜਾਂਦਾ, ਚਿੱਠਾ ਆਖਿਆ ਜਾਂਦਾ। ਔਰ ਹਿੰਦੀ ਤੇ ਸੰਸਕ੍ਰਿਤ ਦੇ ਵਿੱਚ ਕਿਸੇ ਲਈ ਕਿਹੜਾ ਸ਼ਬਦ ਵਰਤਿਆ ਜਾਂਦਾ ਹੈਗਾ, ਉਹ ਹੈਗਾ ਆਖਿਆਨ ਜਾਂ ਪ੍ਰੇਮਾਖਿਆਨ। ਠੀਕ ਹੈ ਜੀ। ਤਾਂ ਇਸ ਤਰ੍ਹਾਂ ਦੇ ਜਿਹੜੇ ਜਰਨਲ ਕੁਐਸਚਨ ਹੈਗੇ ਤੁਹਾਨੂੰ ਉਹ ਪੁੱਛੇ ਜਾ ਸਕਦੇ ਹੈਗੇ ਮਾਸਟਰ ਗੇਟਰ ਦੇ ਵਿੱਚ। ਤਾਂ ਇਹਨਾਂ ਚੀਜ਼ਾਂ ਨੂੰ ਨੋਟ ਜ਼ਰੂਰ ਕਰ ਲਿਆ ਕਰੋ। ਠੀਕ ਹੈ। ਥੋੜੀ ਜਿਹੀ ਕਈ ਵਾਰੀ ਨਾ ਮਤਲਬ ਚੀਜ਼ ਸਮਝ ਨਹੀਂ ਲੱਗਦੀ, ਪਰ ਉਹਨੂੰ ਜਦੋਂ ਤੁਸੀਂ 2-3 ਵਾਰੀ ਪਰਖੋਗੇ ਨਾ ਜਾਂ ਦੇਖੋਗੇ ਤਾਂ ਤੁਹਾਨੂੰ ਆਟੋਮੈਟਿਕ ਚੀਜ਼ ਸਮਝ ਲੱਗਣ ਲੱਗ ਜੂਗੀ। ਠੀਕ ਹੈ। ਇਸ ਤੋਂ ਬਾਅਦ ਤੁਹਾਡੇ ਕੋਲ ਸਕਰੀਨ ਤੇ ਤੁਸੀਂ ਦੇਖ ਰਹੇ ਹੋਗੇ ਇਹ ਵਾਲੀ ਕੋਟੇਸ਼ਨ, ਇਹ ਬਹੁਤ ਇੰਪੋਰਟੈਂਟ ਕੋਟੇਸ਼ਨ ਹੈ। ਔਰ ਇਹਦੇ ਵਿੱਚੋਂ ਨੈਟ ਦੇ ਵਿੱਚ ਤਾਂ ਅਕਸਰ ਹੀ ਇਸ ਤਰ੍ਹਾਂ ਦੇ ਕੁਐਸਚਨ ਪੁੱਛ ਲੈਂਦੇ ਆ, ਔਰ ਤੁਹਾਡੇ ਮਾਸਟਰ ਗੇਟਰ ਵਿੱਚ ਵੀ ਇਸ ਤਰ੍ਹਾਂ ਦੇ ਕੁਐਸਚਨ ਆ ਜਿਹੜੇ ਉਹ ਪੁੱਛ ਲੈਂਦੇ ਹੈਗੇ। ਪਿਛਲੇ ਪੇਪਰਾਂ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਵੀ ਪੇਪਰ ਕਾਫੀ ਟਫ ਪਾਇਆ ਸੀ ਉਹਨਾਂ ਨੇ। ਤਾਂ ਉਸ ਤਰ੍ਹਾਂ ਦੇ ਪੇਪਰ ਨੂੰ, ਟਫ ਪੇਪਰ ਨੂੰ ਦੇਖਦੇ ਹੋਏ ਜਿਹੜੀ ਆਪਣੀ ਤਿਆਰੀ ਵੀ ਆਪਾਂ ਨੂੰ ਟਫ ਕਰਨੀ ਪਊਗੀ। ਠੀਕ ਹੈ। ਤਾਂ ਇਸ ਕੋਟੇਸ਼ਨ ਦੇ ਵਿੱਚ ਕੀ ਲਿਖਿਆ ਵੀ ਡਾਕਟਰ ਮੋਹਨ ਸਿੰਘ ਦੀਵਾਨਾ ਆਪਣੇ ਕੋਲੇ ਉਹ ਵਿਦਵਾਨ ਹੈਗੇ ਜਿਨ੍ਹਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀ ਆਪਣੀ
ਸ਼ੁਰੂਆਤੀ ਦੌਰ ਦੇ ਵਿੱਚ ਕੀ ਹੈ, ਸਾਹਿਤ ਨੂੰ ਇਕੱਠਾ ਕਰਨ ਦੀ ਪ੍ਰਵਿਰਤੀ ਨੂੰ ਪੂਰਿਆ ਸੀਗਾ। ਠੀਕ ਹੈ, ਭਾਵੇਂ ਜਿਹੜੀ ਆਪਣੀ ਸਾਹਿਤ ਨੂੰ ਇਕੱਠਾ ਕਰਨ ਦੀ ਜਿਹੜੀ ਪਿਰਤ ਹੈ ਉਹ ਅੰਗਰੇਜ਼ਾਂ ਨੇ ਪਾਈ ਹੋਵੇ। ਠੀਕ ਹੈ, ਪਰ ਫਿਰ ਵੀ ਜਿਹੜੀ ਇਹਨਾਂ ਨੇ ਡਾਕਟਰ ਮੋਹਨ ਸਿੰਘ ਦੀਵਾਨਾ ਦਾ PhD ਦਾ ਜਿਹੜਾ ਸ਼ੋਧ ਪ੍ਰਬੰਧ ਹੈਗਾ ਉਹ ਆਪਣੇ ਕੋਲ ਮਿਲਦਾ ਹੈਗਾ, ਔਰ ਉਹ ਆਪਣਾ ਵਡਮੁੱਲੀ ਦੇਣ ਹੈਗੀ ਪੰਜਾਬੀ ਸਾਹਿਤ ਨੂੰ ਕਿ ਉਹਨਾਂ ਨੇ ਇਸ ਸਾਰੀ ਜਿਹੜੀ ਕਥਾ ਵਾਰਤਾ ਸੀ ਉਹਨੂੰ ਇਕੱਠਾ ਕੀਤਾ। ਤਾਂ ਉਹਦੇ ਵਿੱਚ ਉਹ ਕਿੱਸੇ ਨੂੰ ਕੀ ਆਂਦੇ ਆ, ਡਾਕਟਰ ਮੋਹਨ ਸਿੰਘ ਦੀਵਾਨਾ ਅਨੁਸਾਰ ਜਿਹੜੀ ਕਿੱਸਾ ਹੈਗੀ ਹੈ ਉਹ ਹੈਗੀ ਹੈ ਕਲਪਿਤ ਵਾਰਤਾ, ਯਾਨੀ ਕਿ ਕਲਪਨਾ ਦੇ ਆਧਾਰਿਤ ਹੁੰਦੀ ਹੈਗੀ। ਇਹਦਾ ਉਹ ਤੁਸੀਂ ਪੰਜਾਬੀ ਨਹੀਂ ਦੇਖਦੇ ਹੁੰਦੇਗੇ ਫਿਲਮਾਂ ਦੇ ਵਿੱਚ, ਜਦੋਂ ਫਿਲਮ ਸਟਾਰਟ ਹੁੰਦੀ ਹੈ ਤਾਂ ਉਹ ਨਹੀਂ ਕਹਿੰਦੇ ਵੀ ਇਸ ਕਹਾਣੀ ਦਾ ਮੌਲਿਕ ਪਾਤਰਾਂ ਨਾਲ ਕੋਈ ਨੀਗਾ, ਉਸ ਤਰ੍ਹਾਂ ਚੱਲਦੀ ਹੁੰਦੀ ਨਾ ਐਡ ਜੀ ਵੀ, ਉਹਦੇ ਵਿੱਚ ਜਿਹੜਾ ਤੁਹਾਨੂੰ ਦੇ ਦਿੰਦੇ ਹੁੰਦੇ ਹੈਗੇ ਵੀ ਇਹਦਾ ਜਿਹੜਾ ਆਧੁਨਿਕ ਵਰਤਾਰੇ ਨਾਲ ਕੋਈ ਸੰਬੰਧ ਨੀਗਾ। ਤਾਂ ਉਸੇ ਤਰ੍ਹਾਂ ਇਹ ਵੀ ਕਹਿੰਦੇ ਵੀ ਕਲਪਿਤ ਵਾਰਤਾ ਹੈਗੀ ਹੈ, ਇਹ ਜਿੰਨੇ ਵੀ ਕਿੱਸੇ ਹੈਗੇ ਸਾਰੀ ਕਲਪਨਾ ਦੇ ਆਧਾਰਿਤ ਹੈਗੇ ਆ, ਇਸ ਦਾ ਜਿਹੜਾ ਤੁਹਾਡੀ ਰੋਜ਼ਾਨਾ ਜ਼ਿੰਦਗੀ ਨਾਲ ਕੋਈ ਉਹਦਾ ਤਾਲੁਕਾਤ ਨਹੀਂ। ਠੀਕ ਹੈ, ਔਰ ਉਹਨਾਂ ਨੇ ਕੀ ਕਿਹਾ ਵੀ ਸਭ ਤੋਂ ਪਹਿਲਾਂ ਲਿਖਣ ਵਾਲਾ ਕਿੱਸਾਕਾਰ ਕੌਣ ਹੈ, ਪੁੱਛਿਆ ਹੈਗਾ ਜਿਹਨੇ ਸੱਸੀ ਪੁੰਨੂ ਦਾ ਕਿੱਸਾ ਸਭ ਤੋਂ ਪਹਿਲਾਂ ਲਿਖਿਆ। ਠੀਕ ਹੈ ਜੀ, ਤਾਂ ਡਾਕਟਰ ਮੋਹਨ ਸਿੰਘ ਜੇ ਤੁਹਾਨੂੰ ਪੇਪਰ ਦੇ ਵਿੱਚ ਪੁੱਛ ਲੈਣ, ਵੈਸੇ ਤਾਂ ਸਪੈਸ਼ਲ ਕਰਕੇ ਪੁੱਛਦੇ ਆ, ਸਪੈਸੀਫਾਈ ਕਰਕੇ ਵੀ ਡਾਕਟਰ ਮੋਹਨ ਸਿੰਘ ਦੀਵਾਨਾ ਅਨੁਸਾਰ ਪੰਜਾਬੀ ਕਿੱਸਾ ਕਾਵਿ ਵਿੱਚ ਕਿੱਸਾ ਰਚਣ ਵਾਲਾ ਸਭ ਤੋਂ ਪਹਿਲਾ ਕਿੱਸਾਕਾਰ ਕਿਹੜਾ ਹੈਗਾ, ਤਾਂ ਕਿਹੜਾ ਹੈਗਾ ਉਹ ਪੁੱਛਿਆ ਹੈਗਾ। ਠੀਕ ਹੈ ਜੀ, ਔਰ ਜੇ ਤੁਹਾਨੂੰ ਡਾਕਟਰ ਮੋਹਨ ਸਿੰਘ ਦੀਵਾਨਾ ਨਾ ਦੇਣ, ਉੱਥੇ ਪੁੱਛ ਲੈਣ ਵੀ ਪੰਜਾਬੀ ਕਿੱਸਾ ਕਾਵਿ ਵਿੱਚ ਸਭ ਤੋਂ ਪਹਿਲਾ ਕਿੱਸਾ ਰਚਣ ਵਾਲਾ ਕਿੱਸਾਕਾਰ ਕੌਣ ਹੈ, ਤਾਂ ਫਿਰ ਤੁਸੀਂ ਕੀ ਕਹੋਗੇ, ਦਮੋਦਰ। ਠੀਕ ਹੈ, ਔਰ ਇਹਨਾਂ ਨੇ ਡਾਕਟਰ ਮੋਹਨ ਸਿੰਘ ਦੀਵਾਨਾ ਪਹਿਲਾਂ ਕਿਹੜਾ ਕਿੱਸਾ ਰਚਿਆ ਗਿਆ, ਸੱਸੀ ਪੁੰਨੂ ਕੀ, ਔਰ ਦਮੋਦਰ ਨੇ ਕਿਹੜਾ ਰਚਿਆ ਸੀਗਾ, ਉਹ ਸੀਗਾ ਹੀਰ ਰਾਂਝੇ ਦਾ ਕਿੱਸਾ। ਠੀਕ ਹੈ ਜੀ, ਤਾਂ ਇਸ ਚੀਜ਼ ਨੂੰ ਧਿਆਨ 'ਚ ਰੱਖਣਾ। ਜੇ ਉੱਥੇ ਤੁਹਾਨੂੰ ਸਪੈਸੀਫਾਈ ਕਰਕੇ ਪੁੱਛਣਗੇ ਵੀ ਡਾਕਟਰ ਮੋਹਨ ਸਿੰਘ ਦੀਵਾਨਾ ਅਨੁਸਾਰ, ਜੇ ਤੁਹਾਨੂੰ ਵੈਸੇ ਹੀ ਪੁੱਛ ਲੈਂਦੇ ਵੀ ਪੰਜਾਬੀ ਕਿੱਸਾ ਕਾਵਿ ਵਿੱਚ ਸਭ ਤੋਂ ਪਹਿਲਾਂ ਰਚਣ ਵਾਲਾ ਕਿੱਸਾਕਾਰ ਕੌਣ ਹੈ, ਔਰ ਜੇ ਤੁਹਾਨੂੰ ਉੱਥੇ ਪੁੱਛਿਆ ਪਿਆ ਤੇ ਨਾਲ ਦਮੋਦਰ ਵੀ ਪਿਆ, ਤਾਂ ਫਿਰ ਤੁਸੀਂ ਦਮੋਦਰ ਨੂੰ ਟਿਕ ਕਰਕੇ ਆਉਣਾ। ਠੀਕ ਹੈ ਜੀ, ਔਰ ਜੇ ਉੱਥੇ ਦਮੋਦਰ ਨਾ ਪਿਆ ਹੋਇਆ, ਠੀਕ ਹੈ, ਤਾਂ ਫਿਰ ਤੁਸੀਂ ਪੁੱਛਿਆ ਨੂੰ ਟਿਕ ਕਰਕੇ ਆਉਣਾ, ਭਾਵੇਂ ਡਾਕਟਰ ਮੋਹਨ ਸਿੰਘ ਦੀਵਾਨਾ ਦਿੱਤਾ ਹੋਵੇ ਤੇ ਭਾਵੇਂ ਨਾ ਦਿੱਤਾ ਹੋਵੇ। ਠੀਕ ਹੈ ਜੀ, ਤਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ। ਜੇ ਤੁਹਾਨੂੰ ਉੱਥੇ ਪੁੱਛ ਲੈਣ ਵੀ ਡਾਕਟਰ ਮੋਹਨ ਸਿੰਘ ਦੀਵਾਨਾ ਅਨੁਸਾਰ ਕਿਹੜਾ, ਤਾਂ ਪੁੱਛਿਆ। ਜੇ ਵੈਸੇ ਪੁੱਛ ਲੈਣ ਔਰ ਆਪਸ਼ਨ ਦੇਖਿਆ, ਜੇ ਦੇਖੋ ਆਪਾਂ ਨੂੰ ਆਉਣੇ ਹੈਗੇ MCQs, ਠੀਕ ਹੈ, ਔਰ ਪਿਛਲੇ ਜਿਹੜੇ 2-3 ਸਾਲਾਂ ਤੋਂ ਜਿਹੜੇ MCQs ਆ ਰਹੇ ਹੈਗੇ ਆ, ਕਿਸੇ ਵੀ ਪੇਪਰ ਦੀ ਗੱਲ ਕਰ ਲਓ, ਇਕੱਲੇ ਪੰਜਾਬੀ ਮਾਸਟਰ ਗੇਟਰ ਨਹੀਂਗੇ, ਆਪਣੇ ਜਿੰਨੇ ਵੀ ਮਾਸਟਰ ਗੇਟਰ ਆ ਜਾਂ ਹੋਰ ਵੀ ਜਿਹੜੇ ਗਵਰਨਮੈਂਟ ਐਗਜ਼ਾਮ ਹੈਗੇ ਆ, ਤਾਂ ਉਹਦੇ ਵਿੱਚ ਕੁਐਸਚਨ ਆ ਜਿਹੜੇ ਉਹ ਇਸ ਤਰ੍ਹਾਂ ਦੇ ਪਾਏ ਜਾ ਰਹੇ ਹੈਗੇ ਆ ਵੀ ਬੱਚੇ ਨੂੰ ਉਲਝਾਇਆ ਜਾਵੇ। ਉਲਝਾਉਣ ਤੋਂ ਭਾਵ ਵੀ ਬੱਚੇ ਦੀ ਜਿਹੜੀ ਉਹ ਸਮਝ ਹੈਗੀ ਕਿੰਨੀ ਕੁ, ਇਕੱਲੇ ਕਨਸੈਪਟ ਪੜ੍ਹਨਾ ਕੁਛ ਨਹੀਂ ਹੋਣਾਗਾ। ਜਦੋਂ ਤੁਹਾਨੂੰ ਕਨਸੈਪਟ ਪੜ੍ਹਿਆ ਹੋਊਗਾ, ਉਸ ਚੀਜ਼ ਦੀ ਪ੍ਰੋਪਰ ਜਾਣਕਾਰੀ ਹੋਊਗੀ, ਤਾਂ ਫਿਰ ਤੁਸੀਂ ਜਿੰਨੇ ਚਿਰ ਉਸ ਕੁਐਸਚਨ ਨੂੰ ਨਹੀਂ ਸਮਝਦੇਗੇ, ਠੀਕ ਹੈ, ਤਾਂ ਫਿਰ ਹੀ ਤੁਸੀਂ 4 ਜਿਹੜੀਆਂ ਆਪਸ਼ਨਾਂ ਨੂੰ ਅਟੈਂਪਟ ਕਰ ਸਕਦੇ ਹੋ। ਤਾਂ ਇੱਥੇ ਇੱਕ ਹਿਸਾਬ ਦਾ ਦੇਖੀਏ ਜਾਵੇ ਤਾਂ ਸ਼ਬਦਾਂ ਦਾ ਜਾਲ ਹੀ ਹੈ ਤਾਂ ਸ਼ਬਦਾਂ ਦਾ ਜਾਲ ਹੀ ਹੈ, ਤਾਂ ਸਿੰਪਲ ਗੱਲ ਵੀ ਡਾਕਟਰ ਮੋਹਨ ਸਿੰਘ ਦੀਵਾਨਾ ਅਨੁਸਾਰ ਜਿਹੜਾ ਕਿੱਸਾ ਲਿਖਣ ਵਾਲਾ ਸਭ ਤੋਂ ਪਹਿਲਾਂ ਕਿੱਸਾਕਾਰ ਕੌਣ ਹੈ, ਪੁੱਛਿਆ, ਪਰ ਉੱਥੇ ਤੁਹਾਨੂੰ ਉਲਝਾ ਲੂਗਾ ਉਹ, ਜ਼ਿਆਦਾ ਤੁਹਾਨੂੰ ਡਾਕਟਰ ਮੋਹਨ ਸਿੰਘ ਦੀਵਾਨਾ ਦੇ ਦੂਗਾ। ਜੇ ਨਾਮ ਵੀ ਦਿੱਤਾ ਤਾਂ ਥੱਲੇ 4 ਆਪਸ਼ਨਾਂ 'ਚ ਉਲਝਾ ਲੂਗਾ, ਉੱਥੇ ਪੁੱਛਿਆ ਵੀ ਦੇ ਦੂਗਾ ਤੇ ਦਮੋਦਰ ਵੀ ਦੇ ਦੂਗਾ। ਠੀਕ ਹੈ, ਤਾਂ ਇਸ ਚੀਜ਼ ਨੂੰ ਧਿਆਨ 'ਚ ਰੱਖਿਆ ਜੇ ਵੀ ਜੇ ਦਮੋਦਰ ਦਿੱਤਾ ਤਾਂ ਫਿਰ ਤੁਸੀਂ ਦਮੋਦਰ ਨੂੰ ਟਿਕ ਕਰਨਾ, ਜੇ ਨਹੀਂ ਦਿੱਤਾ ਤਾਂ ਫਿਰ ਤੁਸੀਂ ਪੁੱਛਿਆ ਨੂੰ ਟਿਕ ਕਰਨਾ। ਜਿਵੇਂ ਉੱਪਰ ਆਪਾਂ ਇੱਕ ਹੋਰ ਕੁਐਸਚਨ ਕਰਕੇ ਆਏ ਸੀ ਵੀ ਇਹਦੇ ਉੱਤੇ ਜਿਹੜਾ ਪੰਜਾਬੀ ਕਿੱਸਾ ਕਾਵਿ ਤੇ ਪ੍ਰਭਾਵ ਹੈ ਉਹ ਫਾਰਸੀ ਮਥਨਵੀ ਦਾ, ਕਿਹਦਾ ਪ੍ਰਭਾਵ ਆ, ਫਾਰਸੀ ਮਥਨਵੀ ਦਾ। ਤੇ ਕਿੱਸਾ ਜਿਹੜਾ ਆਪ ਸ਼ਬਦ ਹੈ, ਕਿੱਸਾ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ। ਠੀਕ ਹੈ ਨਾ, ਤਾਂ ਕੁਝ ਕੁ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਤੁਸੀਂ ਮਤਲਬ ਰੱਟਾ ਨਾ ਲਗਾਉਣਾ। ਆਪਾਂ ਕਹਿੰਦਾ ਭਾਵ ਇਹ ਹੈ ਵੀ ਤੁਸੀਂ ਇੱਕ ਚੀਜ਼ ਨੂੰ ਸੁਬਾਹ ਪੜ੍ਹੋ, ਦੁਪਹਿਰੇ ਪੜ੍ਹੋ, ਸ਼ਾਮ ਨੂੰ ਪੜ੍ਹੋ, ਤਾਂ ਚੀਜ਼ਾਂ ਤੁਹਾਡੇ ਆਟੋਮੈਟਿਕ ਯਾਦ ਹੋਣਗੀਆਂ। ਉਹਨੂੰ ਰੱਟਾ ਲਗਾਏ ਨਾ ਕੁਛ ਨਹੀਂ ਹੁੰਦਾ ਹੈਗਾ, ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਰੱਟਾ ਤਾਂ ਲੱਗ ਹੀ ਜਾਣਾ, ਸਾਰੀ ਉਮਰ ਲਾਈ ਜਾਣੇ ਰੱਟੇ ਤੋਂ ਤੁਸੀਂ। ਠੀਕ ਹੈ ਨਾ, ਤਾਂ ਰੱਟਾਫਿਕੇਸ਼ਨ ਨੂੰ ਥੋੜਾ ਜਿਹਾ ਘੱਟ ਵਰਤੋਂ ਕਰਿਆ ਕਰੋ, ਸਮਝਣ ਦੀ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਇਹ ਚੀਜ਼ਾਂ ਐਸੀਆਂ ਹੈਗੀਆਂ ਵੀ ਤੁਹਾਨੂੰ ਰੱਟੇ ਨਾਲ ਸਗੋਂ ਉਲਝੋਗੇ, ਕਿਉਂਕਿ ਉੱਥੇ ਜਾ ਕੇ ਫਿਰ ਤੁਸੀਂ ਭੁੱਲ ਜਾਓਗੇ ਵੀ ਦਮੋਦਰ ਲੈ ਗਏ ਕਿ ਪੁੱਛਿਆ ਲੈ ਗਏ। ਔਰ ਕਈ ਮੇਰੇ ਵਰਗੇ ਹੁੰਦੇ ਵੀ ਜਜ਼ਬਾਤੀ ਹੋ ਕੇ ਪੁੱਛਿਆ ਲਾਏ ਆਉਂਦੇ ਆ। ਠੀਕ ਹੈ, ਤਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ। ਠੀਕ ਹੈ ਜੀ, ਉੱਪਰ ਆਪਾਂ ਤੁਹਾਨੂੰ ਪਹਿਲਾਂ ਗੱਲ ਕੀਤੀ ਸੀ ਵੀ ਇਹ ਮੱਧਕਾਲ ਦੀ ਦੇਣ ਹੈਗੀ ਹੈ। ਜਿਹੜੀ ਕਿੱਸਾ ਕਾਵਿ ਧਾਰਾ ਹੈਗੀ ਆ, ਇਹ ਮੂਲ ਰੂਪ ਦੇ ਵਿੱਚ ਕਿੱਸਾ ਕਾਵਿ ਧਾਰਾ ਜਿਹੜੀ ਹੈਗੀ ਆ ਇਹ ਮੱਧਕਾਲ 'ਚ ਉਪਜੀ, ਖਾਸ ਕਰਕੇ ਗੁਰੂ ਨਾਨਕ ਕਾਲ ਦੇ ਵਿੱਚ। ਤਾਂ ਇਸ ਤਰ੍ਹਾਂ ਦੇ ਕੁਐਸਚਨ ਪੁੱਛ ਲੈਂਦੇ ਵੀ ਪੰਜਾਬੀ ਕਿੱਸਾ ਕਾਵਿ ਦਾ ਜਿਹੜਾ ਉਹ ਕਿਹੜੇ ਕਾਲ 'ਚ ਉਪਜੀ, ਤਾਂ ਕਿਹੜੇ ਕਾਲ 'ਚ ਉਪਜੀ ਹੈਗੀ ਆ, ਗੁਰੂ ਨਾਨਕ ਕਾਲ ਦੇ ਵਿੱਚ ਉਪਜੀ। ਜੇ ਗੁਰੂ ਨਾਨਕ ਕਾਲ ਨਾ ਦਿੱਤਾ ਹੋਊਗਾ ਤਾਂ ਮੱਧਕਾਲ ਦਿੱਤਾ ਹੋਊਗਾ। ਠੀਕ ਹੈ, ਵੈਸੇ ਜੇ ਦੇਖਿਆ ਜਾਵੇ ਤਾਂ ਪੰਜਾਬੀ ਸਾਹਿਤ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕਿੱਸਾ ਹੈਗਾ ਉਹ ਤਾਂ ਦਮੋਦਰ ਨੇ ਰਚਿਆ ਜਾਂ ਪੁੱਛਿਆ ਨੇ ਰਚਿਆ। ਤਾਂ ਸਭ ਤੋਂ ਪਹਿਲਾਂ ਜਿਹੜਾ ਇਸ ਚੀਜ਼ ਦਾ ਸਰੋਤ ਹੈਗਾ ਆਪਾਂ ਨੂੰ ਕਿੱਥੇ ਮਿਲਦਾ ਹੈਗਾ, ਉਹ ਮਿਲਦਾ ਹੈਗਾ ਸ਼ਾਹ ਹੁਸੈਨ ਜੀ ਦੀ ਰਚਨਾ ਦੇ ਵਿੱਚ। ਕਿਹਦੀ ਰਚਨਾ ਦੇ ਵਿੱਚ, ਸ਼ਾਹ ਹੁਸੈਨ।
ਜਿਹੜੀਆਂ ਸ਼ਾਹ ਹੁਸੈਨ ਦੀਆਂ ਕਾਫੀਆਂ ਮਿਲਦੀਆਂ ਨਾ ਆਪਣੇ ਕੋਲੇ, ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਆਪਣੀ ਪ੍ਰੀਤ ਜੋੜਿਆਂ ਦੀ ਉਹ ਗੱਲ ਕੀਤੀ ਗਈ ਹੈ। ਗੁਰੂ ਨਾਨਕ ਦੇਵ ਜੀ ਨੇ ਜਦੋਂ ਰਚਨਾ ਕੀਤੀ ਤਾਂ ਗੁਰੂ ਨਾਨਕ ਦੇਵ ਜੀ ਨੇ ਪਤੀ ਪਤਨੀ ਦਾ ਸੰਕਲਪ ਵਰਤਿਆ। ਉਹਨਾਂ ਨੇ ਆਪਣੇ ਆਪ ਨੂੰ ਪਤਨੀ ਤੇ ਪ੍ਰਮਾਤਮਾ ਨੂੰ ਪਤੀ, ਜਿਹੜੀ ਉਸ ਦੀ ਵਿਜੋਗ ਦੇ ਵਿੱਚ ਤੜਫ ਰਹੀ ਹੈਗੀ ਆ, ਉਹਦਾ ਬਿੰਬ ਪੇਸ਼ ਕੀਤਾ। ਪਰ ਜਿਹੜੇ ਆਪਣੇ ਬਾਬੇ ਫਰੀਦ ਦੀ ਬਾਣੀ ਦੇ ਵਿੱਚ ਵੀ ਤੁਹਾਨੂੰ ਉਹੀ ਮਿਲੂਗਾ। ਪਰ ਜਦੋਂ ਸ਼ਾਹ ਹੁਸੈਨ ਨੂੰ ਪੜ੍ਹਦੇ ਆ ਨਾ ਆਪਾਂ, ਤਾਂ ਸ਼ਾਹ ਹੁਸੈਨ ਦੇ ਵਿੱਚ ਉਹ ਪ੍ਰੀਤ ਜੋੜਨ ਦੀ ਗੱਲ ਕਰਦੇ ਆ, ਰਾਂਝੇ ਦੀ ਗੱਲ ਕਰਦੇ ਆ। ਬੁੱਲੇ ਤੱਕ ਤਾਂ ਆ ਕੇ ਉਹ ਸਿੱਧੇ ਹੋ ਜਾਂਦੇ ਹੈਗੇ ਆ ਵੀ ਰਾਂਝਾ ਰਾਂਝਾ ਕਰਦੀ ਨੀ ਮਾਪੇ ਰਾਂਝਾ ਹੋਈ, ਕੋਈ ਨਾ ਆਖੇ ਧੀ ਦੋ ਰਾਂਝਾ, ਹੀਰ ਨਾ ਆਖੋ ਕੋਈ। ਤਾਂ ਉਵੇਂ ਸ਼ਾਹ ਹੁਸੈਨ ਦੇ ਵਿੱਚ ਜਿਹੜੀ ਆਪਾਂ ਨੂੰ ਸਭ ਤੋਂ ਪਹਿਲਾਂ ਜਿਹੜੀ ਉਹ ਹੀਰ ਰਾਂਝੇ ਦੀ ਕਥਾ ਹੈਗੀ ਆ, ਉਹਦਾ ਪ੍ਰਵੇਸ਼ ਪ੍ਰਾਪਤ ਹੁੰਦਾ ਹੈਗਾ। ਉਸ ਤੋਂ ਬਾਅਦ ਆਪਾਂ ਨੂੰ ਭਾਈ ਗੁਰਦਾਸ ਦੀ ਜਿਹੜੀਆਂ 39 ਰਚਨਾਵਾਂ ਆਪਣੀ ਪੰਜਾਬੀ ਦੇ ਵਿੱਚ ਹੈਗੀਆਂ, ਠੀਕ ਹੈ, ਉਹਦੇ ਵਿੱਚ ਵੀ ਆਪਾਂ ਨੂੰ ਜਿਹੜਾ ਉਹ ਪ੍ਰੀਤ ਜੋੜਿਆਂ ਦੇ ਸੰਕਲਪ ਬਾਰੇ ਪਤਾ ਲੱਗਦਾ ਹੈਗਾ, ਜਿਹਦੇ ਵਿੱਚ ਆਹ ਤੁਹਾਨੂੰ ਲਾਲ ਅੱਖਰਾਂ ਦੇ ਵਿੱਚ ਤੁਹਾਨੂੰ ਦਿਸ ਰਿਹਾ ਹੋਊਗਾ ਸ਼ਲੋਕ ਹੈਗਾ ਭਾਈ ਗੁਰਦਾਸ ਜੀ ਦੀ 27ਵੀਂ ਵਾਰ, ਜਿਹਨੂੰ ਪ੍ਰੀਤ ਜੋੜਿਆਂ ਦੀ ਵਾਰ ਵੀ ਕਿਹਾ ਜਾਂਦਾ ਹੈਗਾ। ਠੀਕ ਹੈ ਨਾ, ਭਾਈ ਗੁਰਦਾਸ ਦੀ 27ਵੀਂ ਵਾਰ ਨੂੰ ਕੀ ਕਿਹਾ ਜਾਂਦਾ? ਪ੍ਰੀਤ ਜੋੜਿਆਂ ਦੀ ਵਾਰ ਕਿਹਾ ਜਾਂਦਾ। ਕਿਉਂ ਕਿਹਾ ਜਾਂਦਾ? ਕਿਉਂਕਿ ਇਹਦੇ ਵਿੱਚ ਇਹਨਾਂ ਨੇ 8 ਤੋਂ 9 ਪ੍ਰੀਤ ਜੋੜਿਆਂ ਦੀ ਗੱਲ ਕੀਤੀ ਹੈਗੀ ਹੈ। ਤੇ ਇਹਨਾਂ ਦੀ ਪਹਿਲੀ ਪੌੜੀ ਦਾ ਤੁਹਾਨੂੰ ਪਹਿਲਾ ਸ਼ਲੋਕ ਲਿਖਿਆ, ਇਹਨੂੰ ਦੇਖੋ ਵੀ ਲੈਲਾ ਮਜਨੂ ਆਸ਼ਕੀ ਚੌ ਚੱਕੀ ਜਾਤੀ, ਸੋਰਠ ਬੀਜਾ ਗਾਵੀਆ ਜਸ ਸੁਗੜ ਬਾਤੀ। ਠੀਕ ਹੈ, ਤਾਂ ਇੱਥੇ ਆਪਾਂ ਨੂੰ ਕੀ ਪਤਾ ਲੱਗਦਾ ਵੀ ਭਾਈ ਗੁਰਦਾਸ ਦੀ ਵੀ ਜਿਹੜੀ ਹੈਗੀ ਹੈ, ਕਿਉਂਕਿ ਭਾਈ ਗੁਰਦਾਸ ਜੀ ਦੀ ਜਿਹੜੀ ਬਾਣੀ ਹੈਗੀ ਆ ਉਹ ਆਪਣੇ ਕੋਲੇ 16ਵੀਂ ਸਦੀ ਦੇ ਆਸ-ਪਾਸ ਆਉਂਦੀ ਹੈਗੀ, ਕਿਉਂਕਿ ਇਹ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਹੈ ਭਾਈ ਗੁਰਦਾਸ ਜੀ। ਠੀਕ ਹੈ, ਤਾਂ ਜਿਹੜੀ ਇਹ ਭਾਈ ਗੁਰਦਾਸ ਜੀ ਦੀ 27ਵੀਂ ਵਾਰ ਦੇ ਵਿੱਚ ਵੀ ਤਾਂ ਆਪਾਂ ਨੂੰ ਇਹਦੇ ਜਿਹੜੇ ਉਹ ਮਿਲਦੇ ਆ। ਪਰ ਇਸ ਚੀਜ਼ ਤੋਂ ਇਹ ਦੇਖਣ ਨੂੰ ਮਿਲਦਾ ਵੀ ਪੰਜਾਬੀ ਕਿੱਸਾ ਕਾਵਿ ਦਾ ਉਦੋਂ ਦੇ ਲੋਕਾਂ ਦੇ ਉੱਪਰ ਪ੍ਰਭਾਵ ਕਿੰਨਾ ਸੀ। ਠੀਕ ਹੈ ਨਾ, ਇਸ ਗੱਲ ਤੋਂ ਆਪਣੇ ਇਹ ਵੀ ਪਤਾ ਲੱਗਦਾ ਵੀ ਉਸ ਸਮੇਂ ਦੇ ਉੱਪਰ ਕਿੱਸਾ ਕਾਵਿ ਜਿਹੜਾ ਉਹ ਆਪਣੀ ਸ਼ੌਹਰਤ ਵੱਲ ਨੂੰ ਜਾ ਰਿਹਾ ਸੀ, ਜਿਹੜਾ ਜਾ ਕੇ ਵਾਰਿਸ ਦੇ ਕੋਲ ਅਮਰ ਹੋ ਜਾਂਦਾ। ਠੀਕ ਹੈ, ਨੀਚੇ ਤੁਹਾਨੂੰ ਦਿੱਤੇ ਹੋਏ ਜਿਹੜੇ ਇੰਨੇ ਕਿੱਸੇ ਦੇ ਰੱਖੇ ਗਿਆ, ਇਹ ਆਪਣੇ ਕੋਲੇ ਕੀ ਹੈਗਾ ਪ੍ਰਮੁੱਖ ਕਿੱਸੇ ਆ ਆਪਣੇ ਪੰਜਾਬੀ ਕਿੱਸਾ ਕਾਵਿ ਦੇ ਵਿੱਚ। ਸਭ ਤੋਂ ਮਸ਼ਹੂਰ ਹੀਰ ਕਿਹਦੀ ਮਸ਼ਹੂਰ ਹੈਗੀ ਆ? ਹੀਰ ਦਾ ਕਿੱਸਾ ਜਿਹੜਾ ਹੈਗਾ ਸਭ ਤੋਂ ਵੱਧ, ਹੀਰ ਦਾ ਕਿੱਸਾ, ਇਸ ਚੀਜ਼ ਨੂੰ ਨੋਟ ਕਰ ਲਓ, ਹੀਰ ਦਾ ਕਿੱਸਾ ਜਿਹੜਾ ਪੰਜਾਬੀ ਸਾਹਿਤ ਦੇ ਵਿੱਚ ਸਭ ਤੋਂ ਵੱਧ ਲਿਖਿਆ ਗਿਆ। 200 ਤੋਂ ਵੱਧ ਕਵੀਆਂ ਨੇ, ਕਿੰਨੇ ਕਵੀਆਂ ਨੇ? 200, ਇੱਕ ਨਹੀਂ ਅੱਧਾ ਨਹੀਂ, 200 ਤੋਂ ਵੱਧ ਕਵੀਆਂ ਨੇ ਕਿਹਨੂੰ ਕੱਲਾ ਹੀਰ ਨੂੰ ਰਚਿਆ। ਜਿਹਦੇ ਵਿੱਚ ਜੇ ਮੋਟੇ-ਮੋਟੇ ਨਾਮ ਮੈਂ ਲੈਣਾ ਚਾਹਾਂ ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਦਮੋਦਰ ਹੈਗਾ, ਫਿਰ ਮੁਕਬਲ ਹੈਗਾ, ਫਿਰ ਅਹਿਮਦ ਗੁੱਜਰ ਹੈਗਾ, ਫਿਰ ਵਾਰਿਸ ਹੈਗਾ, ਫਿਰ ਆਪਣੇ ਕੋਲੇ ਕ੍ਰਿਸ਼ਨ ਸਿੰਘ ਆਰਫ ਹੈਗਾ, ਭਗਵਾਨ ਸਿੰਘ ਹੈਗਾ, ਆਧੁਨਿਕ ਚ ਸੂਬਾ ਸਿੰਘ ਹੈਗਾ, ਮੌਲਾ ਬਖਸ਼ ਕੁਸ਼ਤਾ ਹੈਗੇ ਆ। ਠੀਕ ਹੈ, ਤਾਂ 200 ਤੋਂ ਵੱਧ ਕਵੀਆਂ ਨੇ ਜਿਹੜਾ ਹੈਗਾ ਉਹ ਆਪਣੇ ਕਿੱਸਾ ਕਾਵਿ ਦੇ ਉੱਪਰ ਹੱਥ ਜਮਾਇਆ ਹੈਗਾ, ਜਿਹਦੇ ਵਿੱਚੋਂ 200 ਤੋਂ ਵੱਧ ਕਵੀਆਂ ਨੇ ਇਕੱਲੇ ਹੀਰ ਦੇ ਉੱਪਰ ਹੀ ਜਮਾਇਆ। ਬਾਕੀ ਦਾ ਹਜੇ ਜਿਹੜੇ ਕਿੱਸਾ ਕਾਵਿ ਹੈਗੇ ਆਪਣੇ ਕੋਲੇ ਕਿੱਸੇ ਹੈਗੇ ਉਹ ਵੱਖਰੇ ਪਏ ਆ। ਔਰ ਜਿਹੜੀ ਹੀਰ ਹੈਗੀ ਆ ਉਹ ਕਿਹਦੇ ਹੱਥਾਂ 'ਚ ਜਾ ਕੇ ਅਮਰ ਹੁੰਦੀ ਹੈਗੀ ਆ? ਉਹ ਵਾਰਿਸ ਦੇ ਹੱਥਾਂ ਦੇ ਵਿੱਚ ਜਾ ਕੇ ਕੀ ਆ ਉਹ ਅਮਰ ਹੋ ਜਾਂਦੀ ਹੈਗੀ ਆ। ਠੀਕ ਹੈ ਜੀ, ਇਸੇ ਤਰ੍ਹਾਂ ਵਾਰਿਸ ਦੀ ਜਿਹੜੀ ਹੀਰ ਆ ਉਹ ਮਸ਼ਹੂਰ ਹੈਗੀ ਆ। ਇਸੇ ਤਰ੍ਹਾਂ ਫਜ਼ਲ ਸ਼ਾਹ ਦੀ ਸੋਹਣੀ ਮਹੀਵਾਲ ਦਾ ਜਿਹੜਾ ਕਿੱਸਾ ਸਭ ਤੋਂ ਪਹਿਲਾਂ ਉਹ ਹਾਫਿਜ਼ ਬਰਖੁਰਦਾਰ ਨੇ ਲਿਖਿਆ ਸੀ, ਪਰ ਅਮਰ ਕਿਹਦੇ ਹੱਥਾਂ 'ਚ ਜਾ ਕੇ ਆਉਂਦਾ? ਫਜ਼ਲ ਸ਼ਾਹ ਦੇ। ਇਸੇ ਤਰ੍ਹਾਂ ਪੂਰਨ ਭਗਤ ਦਾ ਕਿੱਸਾ ਸਭ ਤੋਂ ਪਹਿਲੀ ਵਾਰ ਕਿਹਨੇ ਲਿਖਿਆ? ਕਾਦਰ ਯਾਰ ਨੇ। ਔਰ ਜਿੰਨੀ ਮਕਬੂਲੀਅਤ ਪੂਰਨ ਭਗਤ ਦੇ ਕਾਦਰ ਯਾਰ ਨੂੰ ਮਿਲੀ ਹੈ, ਠੀਕ ਹੈ, ਉਨੀ ਹੀ ਪ੍ਰਸਿੱਧੀ ਹੀਰ ਵਾਰਿਸ ਨੂੰ ਮਿਲੀ ਹੈਗੀ ਹੈ। ਠੀਕ ਹੈ, ਔਰ ਇਸੇ ਪੂਰਨ ਭਗਤ ਦਾ ਕਿੱਸਾ ਸੁਣ ਕੇ ਹੀ ਉਹਨੂੰ ਕਿਸੇ ਸਿੱਖ ਸਰਦਾਰ ਨੇ ਕੀ ਹੈ ਉਹ ਖੂਹ ਆ ਜਿਹੜੇ ਉਹ ਦਾਨ ਦੇ ਵਿੱਚ ਦਿੱਤਾ ਸੀਗਾ। ਠੀਕ ਹੈ, ਇਸੇ ਤਰ੍ਹਾਂ ਹੀ ਹਾਸ਼ਮ ਦੀ ਸੱਸੀ ਹੈਗੀ ਆ। ਠੀਕ ਹੈ, ਤਾਂ ਹਾਸ਼ਮ ਦੀ ਸੱਸੀ ਵੀ ਕੀ ਆਪਣੇ ਪੰਜਾਬੀ ਕਿੱਸਾ ਕਾਵਿ ਦੇ ਵਿੱਚ ਬਹੁਤ ਹੀ ਮਸ਼ਹੂਰ ਹੈਗੀ ਹੈ, ਹਾਸ਼ਮ ਦੀ ਸੱਸੀ। ਔਰ ਇਸੇ ਦੀ ਬੜੀ ਉਹ ਮਸ਼ਹੂਰ ਕੰਡੀਸ਼ਨ ਹੈਗੀ ਹੈ ਬਾਬਾ ਬੁੱਧ ਸਿੰਘ ਦੀ, ਵੀ ਹਾਸ਼ਮ ਨੇ ਸੱਸੀ ਕਾਹਦੀ ਆਖੀ ਜਿਹਨੇ ਘਰ ਵਿੱਚ ਬਿਰਹੋਂ ਦਾ ਮੁਆਤਾ ਲਾ ਦਿੱਤਾ। ਠੀਕ ਹੈ, ਔਰ ਇਸ ਦੀ ਉਹ ਕਾਵਿ ਪ੍ਰਤਿਭਾ ਦਾ, ਹਾਸ਼ਮ ਦੀ ਕਾਵਿ ਪ੍ਰਤਿਭਾ ਦਾ ਕੀ ਹੈ, ਇਹ ਸੱਸੀ ਹੈ ਜਿਹੜੀ ਉਹ ਸਿਖਰ ਹੈਗਾ। ਇਸੇ ਤਰ੍ਹਾਂ ਮੁਹੰਮਦ ਬਖਸ਼ ਦਾ ਸੈਫੁਲ ਮਲੂਕ ਹੈ। ਠੀਕ ਹੈ, ਮੁਹੰਮਦ ਬਖਸ਼ ਦਾ ਸੈਫੁਲ ਮਲੂਕ, ਸਭ ਤੋਂ ਪਹਿਲਾਂ ਸੈਫੁਲ ਮਲੂਕ ਦੀ ਕਥਾ ਜਿਹੜੀ ਉਹ ਹਾਫਿਜ਼ ਬਰਖੁਰਦਾਰ ਨੇ ਵਰਤੀ, ਪਰ ਆਪਣੇ ਕੋਲੇ ਜਿਹੜਾ ਇਹਨੂੰ ਅਮਰ ਕੌਣ ਕਰਦਾ? ਮੁਹੰਮਦ ਬਖਸ਼। ਠੀਕ ਹੈ, ਔਰ ਆਪਣੇ ਕੋਲੇ ਪਹਿਲਾ ਟੀਕਾ ਟਿੱਪਣੀਕਾਰ ਵੀ ਹੈਗਾ ਮੁਹੰਮਦ ਬਖਸ਼, ਜਿਹਨੇ 35 ਤੋਂ ਵੱਧ ਕਵੀਆਂ ਦੇ ਆਪਦੀ ਜਿਹੜੇ ਸੈਫੁਲ ਮਲੂਕ ਦੇ ਵਿੱਚ ਆ ਉਹ ਟੀਕਾ ਟਿੱਪਣੀ ਕੀਤੀ ਆ ਵੱਖਰੇ ਵੱਖਰੇ ਕਵੀਆਂ ਬਾਰੇ। ਠੀਕ ਹੈ, ਇਸੇ ਤਰ੍ਹਾਂ ਪੀਲੂ ਦਾ ਮਿਰਜ਼ਾ ਸਾਹਿਬਾ ਵੀ ਕੀ ਆ ਬਹੁਤ ਹੀ, ਔਰ ਪਹਿਲੀ ਵਾਰ ਜਿਹੜਾ ਮਿਰਜ਼ਾ ਸਾਹਿਬਾ ਉਹ ਹਾਫਿਜ਼ ਬਰਖੁਰਦਾਰ ਨੇ ਰਚਿਆ, ਪੀਲੂ ਨੇ ਪਹਿਲੀ ਵਾਰ ਜਿਹੜਾ ਮਿਰਜ਼ਾ ਸਾਹਿਬਾ ਦੀ ਉਹ ਕਥਾ ਨੂੰ ਪ੍ਰਵੇਸ਼ ਕੀਤਾ। ਇਸ ਤੋਂ ਬਾਅਦ ਜਿਹੜਾ ਹਾਫਿਜ਼ ਬਰਖੁਰਦਾਰ ਚਿੱਤਰਦਾ ਹੈਗਾ ਉਹਨੂੰ, ਪਰ ਜਿੰਨੀ ਪ੍ਰਸਿੱਧੀ ਪੀਲੂ ਦੇ ਮਿਰਜ਼ੇ ਨੂੰ ਹੈਗੀ ਹੈ, ਪਹਿਲੀ ਵਾਰ ਰਚਿਆ ਮਿਰਜ਼ਾ ਸਾਹਿਬਾ ਦਾ ਕਿੱਸਾ ਕਿਹਨੇ? ਪੀਲੂ ਨੇ। ਔਰ ਜਿੰਨੀ ਪ੍ਰਸਿੱਧੀ ਪੀਲੂ ਦੇ ਮਿਰਜ਼ੇ ਸਾਹਿਬ ਨੂੰ ਮਿਲੀ ਹੈਗੀ ਹੈ ਉਨੀ ਕਿਸੇ ਹੋਰ ਕਿਸੇ ਨੂੰ ਨਹੀਂ ਮਿਲੇਗੀ। ਇਹ ਜਿਹੜੇ ਉਪਰੋਕਤ ਕਿੱਸੇ ਹੈਗੇ ਮਸ਼ਹੂਰ ਕਿੱਸੇ ਹੈਗੇ ਆ, ਠੀਕ ਹੈ, ਜਿਨ੍ਹਾਂ ਨੇ ਇਹਨੂੰ ਅਮਰ ਕਰਤਾ ਕਿੱਸਾ ਕਾਵਿ ਨੂੰ। ਠੀਕ ਹੈ, ਇਹਨਾਂ ਕਵੀਆਂ ਨੂੰ ਵੀ ਤੇ ਇਸ ਕਿੱਸਾ ਕਾਵਿ ਨੂੰ ਵੀ, ਜਾਂ ਇਸ ਨੂੰ ਆਪਾਂ ਇਹਨਾਂ ਸਾਰੇ ਕਵੀਆਂ ਨੂੰ ਕੀ ਆਪਾਂ
ਥੰਮ ਕਹਿ ਸਕਦੇ ਹਾਂ ਪੰਜਾਬੀ ਕਿੱਸਾ ਕਾਵਿ ਦਾ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਕਰਾਂਗੇ ਪੰਜਾਬੀ ਕਿੱਸਾ ਕਾਵਿ ਦੇ ਲੱਛਣ ਜਾਂ ਤੱਤ। ਜਿਹੜੇ ਦੇਖੋ ਹਰੇਕ ਰਚਨਾ ਨੂੰ ਆਪਾਂ ਕਿੱਸਾ ਨਹੀਂ ਕਹਿ ਸਕਦੇਗੇ। ਠੀਕ ਹੈ। ਤਾਂ ਕੁਝ ਵਿਸ਼ੇਸ਼ ਢਾਂਚੇ ਸਿਰਜੇ ਗਏ ਆ ਕਵੀਆਂ ਦੁਆਰਾ ਜਾਂ ਵਿਦਵਾਨਾਂ ਦੁਆਰਾ, ਜਿਨ੍ਹਾਂ ਦੇ ਆਧਾਰ ਤੇ ਚੱਲ ਕੇ ਆਪਾਂ ਕਿਸੇ ਵੀ ਰਚਨਾ ਨੂੰ ਕਿੱਸਾ ਕਹਿ ਸਕਦੇ ਹਾਂ ਵੀ ਹਾਂ ਭਈ ਇਹ ਰਚਨਾ ਹੈਗੀ ਤੇ ਇਹਨੂੰ ਆਪਾਂ ਕਿੱਸਾ ਕਾਵਿ ਦੇ ਵਿੱਚ ਰੱਖ ਸਕਦੇ ਹਾਂ। ਠੀਕ ਹੈ। ਤਾਂ ਉਹਦੇ ਵਿੱਚ ਸਭ ਤੋਂ ਉਸ ਲੜੀ ਦੇ ਵਿੱਚ ਆਪਣੇ ਕੋਲ ਸਭ ਤੋਂ ਪਹਿਲਾਂ ਜਿਹੜਾ ਆਉਂਦਾ ਹੈਗਾ ਮੰਗਲਾਚਰਨ। ਮੰਗਲਾਚਰਨ ਦੀ ਜਿਹੜੀ ਪ੍ਰਵਿਰਤੀ ਆ ਉਹ ਮੱਧਕਾਲ ਦੀ ਪ੍ਰਮੁੱਖ ਪ੍ਰਵਿਰਤੀ ਆ। ਇਕੱਲੇ ਕਿੱਸਾ ਕਾਵਿ ਨਹੀਂ, ਵੀਰ ਕਾਵਿ ਵੀ ਦੇਖੋਗੇ ਤਾਂ ਉਹਦੇ ਵਿੱਚ ਵੀ ਮੰਗਲਾਚਰਨ ਰਚਿਆ ਜਾਂਦਾ ਹੈਗਾ। ਈਵਨ ਤੱਕ ਕਿ ਜਿਹੜਾ ਆਪਣਾ ਗੁਰੂ ਗ੍ਰੰਥ ਸਾਹਿਬ ਹੈਗਾ ਉਹਦੇ ਵਿੱਚ ਵੀ ਕੀ ਆ ਮੰਗਲਾਚਰਨ ਦਰਜ ਹੈਗਾ। ਸੌਰੀ। ਠੀਕ ਹੈ। ਤਾਂ ਗੁਰੂ ਗ੍ਰੰਥ ਸਾਹਿਬ ਦਾ ਮੰਗਲਾਚਰਨ ਕਿਹੜਾ ਹੈਗਾ? ਜਿਹੜਾ ਆਪਣਾ ਸ਼ਲੋਕ ਹੈਗਾ ਜਪਜੀ ਸਾਹਿਬ। ਪਹਿਲਾਂ ਆਪਣੇ ਜਪਜੀ ਸਾਹਿਬ ਪਹਿਲੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੀ, ਤਾਂ ਉਹਦੇ ਵਿੱਚ ਜਿਹੜੀ ਪਹਿਲੀ ਬਾਣੀ ਦੇ ਵਿੱਚ ਪਹਿਲਾ ਸ਼ਲੋਕ ਹੈਗਾ ਉਹ ਆਪਣਾ ਕਿਹੜਾ ਹੈਗਾ? ਮੂਲ ਮੰਤਰ ਹੈਗਾ ਆ ਦੂਜਾ ਇੱਕ ਓਮਕਾਰ ਆ ਸੱਚ ਜੁਗਾ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ। ਠੀਕ ਹੈ। ਤੇ ਉਹ ਆਪਣੇ ਕੋਲੇ ਕੀ ਹੈਗਾ? ਜਿਹੜਾ ਆਪਣਾ ਮੂਲ ਮੰਤਰ ਆ ਉਹ ਕੀ ਆਪਣੇ ਕੋਲੇ ਮੰਗਲਾਚਰਨ ਹੈਗਾ। ਇਸੇ ਤਰ੍ਹਾਂ ਚੰਡੀ ਦੀ ਵਾਰ, ਚੰਡੀ ਦੀ ਵਾਰ ਦੇ ਵਿੱਚ ਵੀ ਉਹ ਜਿਹੜੇ ਆਪਣੇ 10 ਗੁਰੂਆਂ ਦੇ ਜਿਹੜਾ ਆਪਣੇ ਅਰਦਾਸ ਦੇ ਵਿੱਚ ਸਵੇਰੇ ਸਵੇਰੇ ਭਾਈ ਜੀ ਬੋਲਦਾ, ਤਾਂ ਉਹ ਵੀ ਕੀ ਆ ਮੰਗਲਾਚਰਨ ਚੰਡੀ ਦੀ ਵਾਰ ਦੇ ਵਿੱਚ ਵੀ ਦਰਜ ਹੈ। ਤਾਂ ਹਰੇਕ ਜਿਹੜੀ ਵੀ ਮੱਧਕਾਲ ਦੀ ਰਚਨਾ ਸੀ ਉਹਦੇ ਵਿੱਚ ਮੰਗਲਾਚਰਨ ਰਚਨ ਦੀ ਠੀਕ ਹੈ ਉਹ ਪ੍ਰਵਿਰਤੀ ਸੀ। ਮੰਗਲਾਚਰਨ ਤੋਂ ਭਾਵ ਕੀ ਹੈ? ਆਪਦੇ ਜਿੰਨੇ ਵੀ ਕੋਈ ਬੰਦਾ ਜਿਹੜੇ ਵੀ ਪਰਮਾਤਮਾ ਨੂੰ ਮੰਨਦਾ ਹੈਗਾ ਉਹਨੂੰ ਆਰਾਧਨਾ। ਠੀਕ ਹੈ ਜੀ। ਤਾਂ ਇਸੇ ਤਰ੍ਹਾਂ ਦਮੋਦਰ ਦੀ ਹੀਰ, ਇੱਥੇ ਨਾਲ ਪਾ ਲਓ ਹੀਰ ਦਮੋਦਰ। ਸੌਰੀ ਇੱਕ ਮਿੰਟ ਮਟੇਰ ਗਿਆ ਨਾ। ਜਿਹੜੀ ਦਮੋਦਰ ਦੀ ਹੀਰ ਰਚਨਾ ਹੈਗੀ ਨਾ ਉਹਦਾ ਇਹ ਪਹਿਲਾ ਬੰਦ ਹੈ, ਮੰਗਲਾਚਰਨ ਦਾ ਬੰਦ ਹੈਗਾ ਵਾਲਾ, ਔਰ ਆ ਹੈਗਾ ਹੀਰ ਵਾਰਿਸ ਦਾ। ਠੀਕ ਹੈ ਜੀ। ਔਰ ਕਈ ਵਾਰੀ ਤੁਹਾਨੂੰ ਪੇਪਰ ਦੇ ਵਿੱਚ ਇਸ ਤਰ੍ਹਾਂ ਵੀ ਪੁੱਛ ਲੈਂਦੇ ਆ, ਜਿਵੇਂ ਆ ਉੱਪਰ ਤੁਹਾਨੂੰ ਸ਼ਲੋਕ ਦਿੱਤਾ ਹੋਇਆ ਹੈਗਾ ਉਸਦਾ ਦਵਈਆ ਛੰਦ ਦਿੱਤਾ ਹੋਇਆ, ਦਮੋਦਰ ਨੇ ਕਿਹੜਾ ਦਵਈਆ ਛੰਦ ਵਰਤਿਆ ਸੀ। ਠੀਕ ਹੈ। ਅਵਲ ਨਾਮ ਸਾਹਿਬ ਦਾ ਲੱਗੇ ਜਿਨ ਇਹ ਜਗਤ ਅਪਾਇਆ। ਠੀਕ ਹੈ। ਜਾਂ ਹੀਰ ਵਾਰਿਸ਼ਾ ਦਾ ਅਵਲ ਹਮਦ ਖੁਦਾਏ ਦਾ ਵਿਰਦ ਗੀਜਾ ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ। ਠੀਕ ਹੈ। ਤਾਂ ਇਸ ਤਰ੍ਹਾਂ ਦੀਆਂ ਤੁਹਾਨੂੰ ਰਚਨਾਵਾਂ ਵੀ ਪਾ ਕੇ ਪੁੱਛ ਸਕਦੇ ਆ ਵੀ ਸੌਰੀ ਇਸ ਤਰ੍ਹਾਂ ਦੀਆਂ ਰਚਨਾਵਾਂ ਪਾ ਕੇ ਪੁੱਛ ਸਕਦੇ ਆ ਵੀ ਇਸ ਤਰ੍ਹਾਂ ਦਾ ਮੰਨ ਕੇ ਚਲੋ ਕਾਵਿ ਟੋਟਾ ਪਾਦਾ ਤੁਹਾਨੂੰ, ਤਾਂ ਉੱਥੇ ਪੁੱਛਣਾ ਨਹੀਂ ਵੀ ਉਪਰੋਕਤ ਕਾਵਿ ਸਤਰਾਂ ਕਿਸ ਕਵੀ ਦੀਆਂ, ਤਾਂ ਕਿਸ ਕਵੀ ਦੀਆਂ? ਵਾਰਿਸ ਦੀਆਂ ਹੈਗੀਆਂ। ਇਸੇ ਤਰ੍ਹਾਂ ਦਮੋਦਰ ਦੀਆਂ ਉੱਪਰਲੀਆਂ ਰਚਨਾਵਾਂ। ਠੀਕ ਹੈ। ਤਾਂ ਇਹ ਇਸ ਤਰ੍ਹਾਂ ਦੇ ਕੁਐਸਚਨ ਵੀ ਜਿਹੜੇ ਪੇਪਰ ਦੇ ਵਿੱਚ ਆਪਾਂ ਨੂੰ ਪੁੱਛੇ ਜਾ ਸਕਦੇ। ਠੀਕ ਹੈ। ਤਾਂ ਅਵਲ ਨਾਮ ਸਾਹਿਬ ਦਾ ਲੱਗੇ ਜਿਨ ਇਹ ਜਗਤ ਪਾਇਆ, ਇਹ ਕਿਹਦਾ? ਦਮੋਦਰ ਹੀਰ ਦਾ। ਠੀਕ ਹੈ ਜੀ। ਔਰ ਉਸੇ ਤਰ੍ਹਾਂ ਵਾਰਿਸ ਦੀ ਹੀਰ ਦਾ ਹੈਗਾ ਇਹ ਬੰਦ। ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲ ਦੂਜੀ ਰਚਨਾ ਆ ਜਾਂਦੀ ਹੈਗੀ ਆ ਕਿੱਸੇ ਦੇ ਰਚਨ ਦਾ ਕਾਰਨ। ਠੀਕ ਹੈ। ਹਰੇਕ ਕਿੱਸੇ ਦੇ ਵਿੱਚ ਕੋਈ ਨਾ ਕੋਈ ਕਾਰਨ ਦਿੱਤਾ ਹੁੰਦਾ ਹੈਗਾ ਕਿੱਸੇ ਨੂੰ ਰਚਨ ਦਾ, ਵੀ ਕਿੱਸੇ ਨੂੰ ਕਿਉਂ ਰਚਿਆ ਗਿਆ। ਠੀਕ ਹੈ। ਤਾਂ ਆਪਣੇ ਕੋਲੇ ਜਿਹੜੀ ਹੀਰ ਵਾਰਿਸ ਹੈਗੀ ਉਹਦਾ ਇੱਕ ਬੰਦ ਮਸ਼ਹੂਰ ਹੈਗਾ। ਜਿਹੜਾ ਵਾਰਿਸ ਹੈਗਾ ਆਪਦੇ ਕਿੱਸੇ ਦੇ ਵਿੱਚ ਸੰਕੇਤ ਕਰਦਾ ਵੀ ਮੈਂ ਹੀਰ ਦਾ ਕਿੱਸਾ ਕਿਉਂ ਲਿਖਿਆ। ਭਾਵੇਂ ਵਿਦਵਾਨਾਂ ਦੇ ਵਿੱਚ ਇੱਕ ਮਤਭੇਦ ਬੜਾ ਹੈਗਾ ਵੀ ਜਿਹੜੀ ਭਾਗ ਭਰੀ ਨਾਂ ਦੀ ਔਰਤ ਸੀਗੀ ਉਹਦੇ ਵਿਯੋਗ ਦੇ ਵਿੱਚ ਜਿਹੜਾ ਉਹ ਉਹਦੀ ਵਾਰਿਸ ਨੂੰ ਉਹ ਮਿਲੀ ਨਹੀਂ ਭਾਗ ਭਰੀ, ਤਾਂ ਉਹਦੇ ਵਿਯੋਗ ਦੇ ਵਿੱਚ ਕਿੱਸਾ ਲਿਖਿਆ। ਠੀਕ ਹੈ। ਪਰ ਉਹਨੇ ਜਿਹੜਾ ਆਪਦੇ ਕਿੱਸੇ ਦੇ ਵਿੱਚ ਕੀ ਸੰਕੇਤ ਕਰਦਾ? ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ ਇਸ਼ਕ ਹੀਰ ਦਾ ਨਵਾਂ ਬਣਾਈਏ ਜੀ। ਇਹ ਕਿਹਦੇ ਵਿੱਚ ਦਰਜ ਹੈਗਾ? ਹੀਰ ਵਾਰਿਸ ਦਾ ਬੰਦ ਹੈਗਾ। ਤਾਂ ਵਾਰਿਸ ਇੱਥੇ ਕੀ ਕਹਿੰਦਾ ਵੀ ਮੈਨੂੰ ਯਾਰਾਂ ਦੀ ਫਰਮਾਇਸ਼ ਤੇ ਕੀ ਆ ਉਹ ਹੀਰ ਦਾ ਕਿੱਸਾ ਬਣਿਆ। ਤਾਂ ਇਸ ਤਰ੍ਹਾਂ ਕਿੱਸੇ ਦੇ ਵਿੱਚ ਜਿਹੜਾ ਉਹ ਇਸ ਤਰ੍ਹਾਂ ਦੇ ਜਿਹੜੇ ਸੰਕੇਤ ਆ ਉਹ ਦਰਜ ਕੀਤੇ ਜਾਂਦੇ ਆ ਵੀ ਕਿੱਸਾ ਕਿਉਂ ਰਚਿਆ ਗਿਆ। ਠੀਕ ਹੈ। ਇਸ ਤੋਂ ਬਾਅਦ ਆਪਣੇ ਕੋਲ ਤੀਸਰਾ ਹੈਗਾ ਕਵੀ ਪਰਿਚੈ। ਠੀਕ ਹੈ। ਤਾਂ ਕਵੀ ਪਰਿਚੈ ਦੇ ਵਿੱਚ ਆ ਦਮੋਦਰ ਦੀ ਹੀਰ ਹੈ ਜਿਹੜੀ ਉਹਦਾ ਇੱਕ ਬੰਦ ਦਿੱਤਾ ਗਿਆ। ਨਾਉ ਦਮੋਦਰ ਜਾਤ ਗੁਲਾਟੀ ਆਇਆ ਸਿੱਖ ਸਿਆਲੀ। ਤਾਂ ਇੱਥੇ ਤੁਹਾਨੂੰ ਕੀ ਵੇਖਣ ਨੂੰ ਮਿਲਦਾ ਵੀ ਮੇਰਾ ਜਿਹੜਾ ਨਾਮ ਦਮੋਦਰ ਹੈਗਾ, ਜਾਤ ਆ ਮੇਰੀ ਗੁਲਾਟੀ, ਔਰ ਕਿੱਥੇ ਆਇਆ ਮੈਂ? ਸਿੱਖ ਸਿਆਲੀ। ਠੀਕ ਹੈ। ਤਾਂ ਇਸ ਤਰ੍ਹਾਂ ਜਿਹੜਾ ਕਵੀ ਪਰਿਚੈ ਆਪਣੇ ਬਾਰੇ ਦੱਸਦਾ ਇਹ ਇਸ ਤਰ੍ਹਾਂ ਦੀ ਹੁੰਦਾ। ਇਹਦਾ ਕਹਿਣ ਦਾ ਭਾਵ ਹੁੰਦਾ ਵੀ ਆਪਣੇ ਆਪ ਨੂੰ ਮੋਹਰ ਲਾਤੀ ਇਹਨਾਂ ਨੇ ਵੀ ਇਹ ਮੇਰੀ ਰਚਨਾ ਹੈਗੀ ਹੈ ਤੇ ਮੈਂ ਰਚੀ ਹੈ, ਤੇ ਆਪਦੇ ਜੀਵਨ ਬਾਰੇ ਦੱਸ ਦਿੰਦੇ ਕੁਛ ਨਾ ਕੁਛ। ਠੀਕ ਹੈ। ਇਸੇ ਤਰ੍ਹਾਂ ਆਪਾਂ ਨੂੰ ਹੀਰ ਵਾਰਿਸ ਦੇ ਵਿੱਚ ਵੀ ਦੇਖਣ ਨੂੰ ਮਿਲਦੇ ਆ ਸੰਕੇਤ। ਇਸੇ ਤਰ੍ਹਾਂ ਆਪਾਂ ਨੂੰ ਪੀਲੂ ਵਿੱਚ ਵੀ ਸੰਕੇਤ ਦੇਖਣ ਨੂੰ ਮਿਲਦੇ ਆ। ਠੀਕ ਹੈ। ਉਹ ਕਵੀ ਪਰਿਚੈ ਕਰਦਾ, ਪਾਤਰਾਂ ਦਾ ਪਰਿਚੈ ਕਰਾਉਂਦਾ। ਠੀਕ ਹੈ। ਜਿਵੇਂ ਉਹ ਹੈਗਾ ਵੀ ਘਰ ਖੀਵੇ ਦੇ ਸਾਹਿਬਾ ਜੰਮੀ ਮੰਗਲਵਾਰ ਦੋ ਮਸੋਲੇ ਗਾਮ ਦੇ ਖਾਨ ਖੀਵੇ ਦੇ ਬਾਰ। ਇਹ ਕੀ ਹੈ? ਇੱਕ ਪਾਤਰਾਂ ਦਾ ਪਰਿਚੈ ਕਰਾਇਆ ਜਾ ਰਿਹਾ ਹੈਗਾ। ਠੀਕ ਹੈ। ਤਾਂ ਇਸ ਤਰ੍ਹਾਂ ਦੇ ਜਿਹੜੇ ਸੰਕੇਤ ਉਹ ਆਪਾਂ ਨੂੰ ਕਿਹਦੇ ਵਿੱਚ ਮਿਲਦੇ ਆ? ਉਹ ਕਿੱਸਾ ਕਾਵਿ ਦੇ ਵਿੱਚ ਮਿਲਦੇ ਹੈਗੇ ਆ। ਉਸ ਤੋਂ ਬਾਅਦ ਆਪਣੇ ਕੋਲੇ ਚੌਥੇ ਨੰਬਰ ਤੇ ਆ ਜਾਂਦਾ ਹੈਗਾ ਪਾਤਰ। ਪਾਤਰ ਹੈ ਜਿਹੜੇ ਉਹ ਹਰੇਕ ਰਚਨਾ ਦਾ ਪ੍ਰਮੁੱਖ ਤੱਤ ਹੁੰਦੇ ਹੈਗੇ ਆ। ਠੀਕ ਹੈ।
ਰਚਨਾ ਕਾਦੀ ਜਿਹਦੇ ਵਿੱਚ ਪਾਤਰ ਨਾ ਹੋਣ, ਜਿਵੇਂ ਨਾਟਕ ਹੋ ਗਿਆ, ਕਹਾਣੀ ਹੋ ਗਿਆ, ਤੇ ਇਹਦੇ ਵਿੱਚ ਪਾਤਰ ਪ੍ਰਧਾਨ ਆਪਣੇ ਕੋਲੇ ਕਾਵ ਹੈਗੇ। ਉਸੇ ਤਰ੍ਹਾਂ ਵੀਰ ਕਾਵ ਹੈ, ਕਿੱਸਾ ਕਾਵ ਹੈ, ਤੇ ਆਪਣੇ ਕੋਲੇ ਕਿਹੜੇ ਹੈਗੇ ਪਾਤਰ ਪ੍ਰਧਾਨ ਹੈਗੇ ਆ। ਨਾਟਕ ਹੋ ਗਿਆ ਤਾਂ ਆਪਣੇ ਕੋਲੇ ਕਿਹੜੇ ਪਾਤਰ ਪ੍ਰਧਾਨ ਵਿਧਾਵਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਪਾਤਰਾਂ ਦਾ ਬੜਾ ਮਹੱਤਵਪੂਰਨ ਰੋਲ ਹੁੰਦਾ ਹੈਗਾ। ਉਸੇ ਤਰ੍ਹਾਂ ਕਿਸੇ ਦੇ ਵਿੱਚ ਪਾਤਰ ਹੁੰਦੇ ਆ, ਫਿਰ ਇਹਦੇ ਵਿੱਚ ਕੋਈ ਵਿਰੋਧੀ ਪਾਤਰ ਵੀ ਹੁੰਦੇ ਆ, ਔਰ ਦੋ ਪਾਤਰਾਂ ਦਾ ਸੰਵਾਦ ਵੀ ਹੁੰਦਾ। ਹੀਰ ਵਾਰਸ ਨੂੰ ਅਮਰ ਕਰਨ, ਜਿਹੜੀ ਹੀਰ ਵਾਰਸ ਹੈਗੀ ਹੈ ਉਹਦੇ ਅਮਰ ਹੋਣ ਦਾ ਕਾਰਨ ਕੀ ਹੈ? ਉਹਦੇ ਅਮਰ ਹੋਣ ਦਾ ਕਾਰਨ ਹੈਗਾ ਸੰਵਾਦ। ਜੇ ਉਹ ਹੀਰ ਦੀ ਮੰਨ ਕੇ ਚਲੋ ਹੀਰ ਦੀ ਉਹ ਸਿਫਤ ਕਰਨ ਬਹਿ ਗਿਆ ਤਾਂ ਉਹ ਹੀਰ ਦੀ ਸਿਫਤ ਹੀ ਕਰੀ ਜਾਂਦਾ। ਜੇ ਉਹ ਦੋ ਪਾਤਰਾਂ ਦਾ ਸੰਵਾਦ ਕਰਨ ਲੱਗ ਗਿਆ ਤਾਂ ਸੰਵਾਦ ਹੀ ਰਚੀ ਜਾਂਦਾ ਹੈਗਾ। ਤਾਂ ਇਹਦੇ ਵਿੱਚ ਕੀ ਪਾਤਰ ਹੁੰਦੇ ਆ, ਕੁਛ ਵਿਰੋਧੀ ਪਾਤਰ ਹੁੰਦੇ ਆ ਜਿਹਦੇ ਨਾਲ ਕਿ ਆਪਾਂ ਨੂੰ ਵਿਯੋਗ ਸਿਰਜਿਆ ਜਾਂਦਾ ਹੈਗਾ। ਫਿਰ ਦੋ ਪਾਤਰਾਂ ਦਾ ਸੰਵਾਦ ਹੁੰਦਾ। ਔਰ ਜਿੰਨੀਆਂ ਵੀ ਆਪਣੀਆਂ ਪ੍ਰੀਤ ਕਥਾਵਾਂ ਹੈਗੀਆਂ ਉਹ ਸਾਰੀਆਂ ਹੀ ਮਸ਼ਹੂਰ ਤਾਂ ਹੋਈਆਂ ਜੇ ਉਹਨਾਂ ਦੇ ਵਿੱਚ ਵਿਯੋਗ ਪਿਆ ਹੈਗਾ। ਜੇ ਹੀਰਾਂ ਜਾਂ ਮਿਲ ਜਾਂਦੇ ਫਿਰ ਤਾਂ ਗੱਲ ਹੀ ਸੌਖੀ ਸੀਗੀ, ਫਿਰ ਕਿੱਸਾ ਵੀ ਨਹੀਂ ਰਚਿਆ ਜਾਣਾ ਸੀਗਾ। ਠੀਕ ਹੈ, ਤਾਂ ਆਪਣੇ ਕੋਲੇ ਦੇਖੋ ਨਹੀਂ ਆਪਣੀਆਂ ਜੇ ਆਪਾਂ ਆਪਣੀ ਹੁਣ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ, ਨਿੱਜੀ ਜ਼ਿੰਦਗੀ ਦੀ ਗੱਲ ਕਰਦੇ ਹਾਂ ਆਪਾਂ, ਤਾਂ ਆਪਾਂ ਕੀ ਦੇਖਦੇ ਹਾਂ ਵੀ ਉਹ ਚੀਜ਼ਾਂ ਬਾਹਲੀਆਂ ਮਸ਼ਹੂਰ ਹੁੰਦੀਆਂ। ਤੁਸੀਂ ਕੋਈ ਕੰਮ ਕੀਤਾ, ਸਿੱਧਾ ਕੰਮ ਕਰ ਲਓ, ਤੁਹਾਨੂੰ ਕੋਈ ਨਹੀਂ ਦੇਖਦਾ। ਪੁੱਠਾ ਕੰਮ ਕਰ ਲਓ, ਤੁਸੀਂ ਵਹਿੰਦੇ ਮਸ਼ਹੂਰ ਹੋ ਜਾਓਗੇ। ਠੀਕ ਹੈ ਨਾ। ਤਾਂ ਇਹ ਕੀ ਹੈ, ਹੁਣ ਪਿੱਛੇ ਜੇ ਹੁਣ ਇੱਕ ਨਵੀਂ ਆ ਰਹੀ ਹੈਗੀ ਹੈ ਵੀ ਚੰਨੀ ਸਾਹਿਬ ਬੱਕਰੀ ਦਾ ਦੁੱਧ ਕੱਢੀ ਜਾਂਦੇ ਆ, ਤਾਂ ਉਹ ਤਾਂ ਮਸ਼ਹੂਰ ਹੋ ਗਏ ਪੁੱਠੇ ਸਿੱਧੇ ਕੰਮ ਕਰਕੇ। ਤੇ ਜਿਹੜਾ ਕੋਈ ਚੱਜ ਦਾ ਕੰਮ ਕਰਦਾ ਹੈਗਾ ਤੇ ਉਹ ਬੰਦਾ ਕੀ ਆ, ਉਹ ਮਸ਼ਹੂਰ ਨਹੀਂ ਹੁੰਦਾ ਗਾ। ਤਾਂ ਇਸੇ ਤਰ੍ਹਾਂ ਜਿਹੜਾ ਵਿਯੋਗ ਆ, ਜਿਹੜਾ ਦੁਖਾਂਤ ਹੈਗਾ, ਠੀਕ ਹੈ, ਉਹ ਇਹਨਾਂ ਦੀ ਜਿਹੜਾ ਦੁਖਾਂਤ ਆ ਉਹ ਸਾਰੇ ਪ੍ਰੀਤ ਕਿੱਸਿਆਂ ਦੀ ਜੜ ਹੈਗਾ। ਦੁਖਾਂਤ ਭਾਵੇਂ ਦਮੋਦਰ ਨੇ ਜਿਹੜਾ ਉਹਨੂੰ ਸਖਾਂਤਕ ਦਾ ਦੀ ਦਰਜ ਕਰਤਾ ਸੀਗਾ। ਠੀਕ ਹੈ, ਭਾਵੇਂ ਜਿਹੜਾ ਦਮੋਦਰ ਦਾ ਕਿੱਸਾ ਉਹ ਸਖਾਂਤਕ ਹੈ, ਮੁਕਬਲ ਦਾ ਕਿੱਸਾ ਵੀ ਕਿਹੜਾ ਹੈਗਾ ਉਹ ਵੀ ਸਖਾਂਤਕ ਹੈ। ਆਪਣੇ ਕੋਲੇ ਪਹਿਲਾਂ ਪੀਲੂ ਆਉਂਦਾ ਜਿਹੜਾ ਦੁਖਾਂਤ ਨੂੰ ਸਿਰਜਦਾ ਹੈਗਾ, ਤੇ ਹੀਰ ਵਾਰਸ ਵੀ ਕਿਹੜੀ ਆ ਦੁਖਾਂਤਕ ਆਪਣੇ ਕੋਲੇ ਹੈਗੀ ਆ। ਠੀਕ ਹੈ, ਤੇ ਇਹਦੇ 'ਚ ਦੋ ਪਾਤਰਾਂ ਦਾ ਸੰਵਾਦ ਹੁੰਦਾ। ਔਰ ਜਿਹੜਾ ਸੰਵਾਦ ਹੈ ਸਭ ਤੋਂ ਵਧੀਆ ਹੈਗਾ ਉਹ ਪੀਲੂ ਮਿਰਜ਼ਾ ਸਾਹਿਬਾਂ ਦੇ ਵਿੱਚ ਹੀ ਮਿਲਦਾ। ਜਦੋਂ ਉਹ ਸਾਹਿਬਾਂ ਨੂੰ ਘਰੇ ਜਾਂਦਾ ਹੈਗਾ, ਉਹਨੂੰ ਕੱਢਣ ਵਾਸਤੇ ਘੋੜੀ ਤਿਆਰ ਕਰਦਾ, ਤਾਂ ਉਹਦੇ ਪਿਤਾ ਨਾਲ ਸੰਵਾਦ, ਉਹਦੀ ਮਾਂ ਨਾਲ, ਉਹਦੀ ਭਾਬੀ ਨਾਲ, ਠੀਕ ਹੈ, ਉਹ ਪੀਲੂ ਨੂੰ ਸਮਝਾਉਂਦੇ ਆ। ਤਾਂ ਉਹ ਇਸ ਤਰ੍ਹਾਂ ਦੇ ਜਿਹੜੇ ਸੰਵਾਦ ਰਚੇ ਜਾਂਦੇ ਹੈਗੇ ਆ ਕਿਸੇ ਦੀਆਂ ਰਚਨਾਵਾਂ ਦੇ ਵਿੱਚ। ਔਰ ਇਹ ਜਿਹੜੀਆਂ ਜੁਗਤਾਂ ਹੁੰਦੀਆਂ ਹੈਗੀਆਂ ਕਿਸੇ ਚੀਜ਼ ਨੂੰ ਖਾਸ ਬਣਾਉਣ ਲਈ। ਠੀਕ ਹੈ, ਫਿਰ ਹਰੇਕ ਬੰਦ ਦਾ ਵੱਖਰਾ ਸਿਰਲੇਖ, ਤੇ ਹਰੇਕ ਬੰਦ ਦੇ ਆਪਦਾ, ਇੱਥੇ ਹਰੇਕ ਪਾਉਣਾ ਸੀਗਾ, ਸਪੈਲਿੰਗ ਮਿਸਟੇਕ ਕਰ ਲਿਆ ਜੀ। ਹਰੇਕ ਬੰਦ ਤੇ ਆਪਣਾ ਨਾਮ। ਹਰੇਕ ਬੰਦ ਦਾ ਵੱਖਰਾ ਸਿਰਲੇਖ ਤੋਂ ਕੀ ਭਾਵ ਹੈ? ਤੁਸੀਂ ਕਿਸੇ ਵੀ ਰਚਨਾ ਨੂੰ ਲੈ ਲਓ, ਠੀਕ ਹੈ, ਜਿਵੇਂ ਆਪਣੇ ਨਾਵਲ ਹੈ ਉਹਦੇ ਵਿੱਚ ਕਾਂਡ ਹੁੰਦੇ ਆ, ਕਾਂਡ ਪਹਿਲਾ, ਦੂਜਾ, ਤੀਜਾ, ਚੌਥਾ। ਇਸੇ ਤਰ੍ਹਾਂ ਜਿਵੇਂ ਇੱਕ ਆਪਣੀ ਕਾਵ ਪੁਸਤਕ ਛਪਦੀ, ਕੋਈ ਵੀ ਕਾਵ ਸੰਗ੍ਰਹਿ ਛਪਦਾ ਕਿਸੇ ਦਾ, ਤਾਂ ਹਰੇਕ ਕਵਿਤਾ ਨੂੰ ਕੀ ਹੈ ਵੱਖੋ ਵੱਖਰਾ ਸਿਰਲੇਖ ਦਿੱਤਾ ਹੁੰਦਾ, ਔਰ ਬਾਹਰਲੀ ਪੁਸਤਕ ਨੂੰ ਵੱਖਰਾ ਸਿਰਲੇਖ ਦਿੱਤਾ ਹੁੰਦਾ। ਉਵੇਂ ਜਿਵੇਂ ਹੀਰ ਵਾਰਸ ਲੈ ਲਓ, ਤਾਂ ਹੀਰ ਵਾਰਸ ਦੇ ਵਿੱਚ ਕੀ ਹੈ ਇੱਕ ਸਿਰਲੇਖ ਦਿੱਤਾ ਹੋਇਆ ਹੀਰ ਵਾਰਸ ਜਾਂ ਹੀਰ। ਠੀਕ ਹੈ, ਔਰ ਗਾਂ ਜਦੋਂ ਸ਼ੁਰੂ ਹੁੰਦਾ ਤਾਂ ਉੱਥੇ ਉਹ ਅੱਡੋ ਅੱਡੀ ਬੰਦ ਦਿੰਦੇ ਆ, ਰਾਂਝੇ ਦਾ ਮਿਲਣਾ, ਰਾਂਝੇ ਦਾ ਵਿਛੜਨਾ। ਤਾਂ ਇਸ ਤਰ੍ਹਾਂ ਜਿਹੜੇ ਵੱਖੋ ਵੱਖਰੇ ਹਰੇਕ ਬੰਦ ਨੂੰ ਵੱਖੋ ਵੱਖਰਾ ਸਿਰਲੇਖ ਦਿੱਤਾ ਜਾਂਦਾ ਹੈਗਾ। ਠੀਕ ਹੈ, ਔਰ ਹਰੇਕ ਬੰਦ ਤੇ ਆਪਦਾ ਜਿਹੜਾ ਨਾਮ ਉਹ ਮੋਹਰ ਵਜੋਂ ਲਾਇਆ ਜਾਂਦਾ ਹੈਗਾ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲੇ ਛੇਵਾਂ ਤੱਤ, ਜੀਵਨ ਦੀ ਅਟਲ ਸੱਚਾਈਆਂ ਪੇਸ਼ ਕਰਨਾ। ਹੀਰ ਵਾਰਸ ਨੂੰ ਮੁਹਾਵਰਿਆਂ ਦਾ ਕੋਸ਼ ਕਿਹਾ ਜਾਂਦਾ। ਜਿੰਨੇ ਮੁਹਾਵਰੇ ਆਪਾਂ ਨੂੰ ਹੀਰ ਵਾਰਸ ਦੇ ਵਿੱਚ ਮਿਲਦੇ ਆ ਉਹ ਪੰਜਾਬੀ ਦੇ ਕਿਸੇ ਵੀ ਸਾਹਿਤਕ ਵਿਧਾ 'ਚ ਨਹੀਂ ਮਿਲਦੇਗੇ। ਮੱਧਕਾਲ ਦੀ 'ਚ ਇੰਨੇ ਤਾਂ ਗੁਰੂ ਗ੍ਰੰਥ ਸਾਹਿਬ 'ਚ ਵੀ ਹੈ ਨਹੀਂਗੇ ਮੁਹਾਵਰੇ ਵਰਤੇ ਜਿੰਨੇ ਹੀਰ ਵਾਰਸ ਨੇ ਵਰਤੇ ਹੈਗੇ। ਤਾਂ ਜੀਵਨ ਦੀਆਂ ਅਟਲ ਸਹੀਆਂ ਹੁੰਦੀਆਂ ਮੁਹਾਵਰੇ ਆਪਣੇ। ਠੀਕ ਹੈ, ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸੱਚਾਈਆਂ ਨੂੰ ਪੇਸ਼ ਕਰਨਾ, ਜਿਵੇਂ ਮੰਗਲਾਚਰਨ ਦਰਜ ਕਰਨਾ, ਉਹਨੂੰ ਜਿਹੜਾ ਆਦਰਸ਼ਕ ਪ੍ਰੇਮ ਵੱਲ ਮੋੜਨਾ। ਠੀਕ ਹੈ, ਤਾਂ ਇਹ ਕੀ ਜੀਵਨ ਦੀਆਂ ਅਟਲ ਸੱਚਾਈਆਂ ਨੂੰ ਪੇਸ਼ ਕਰਨਾ। ਇਹ ਕੀ ਕਿੱਸੇ ਦੀਆਂ ਜਿਹੜੀਆਂ ਹੁੰਦੀਆਂ ਕੁਛ ਕਥਾ ਜੁਗਤਾਂ ਹੁੰਦੀਆਂ ਹੈਗੀਆਂ। ਠੀਕ ਹੈ, ਉਦੋਂ ਮੁੜ ਕੇ ਹੈਗਾ ਭਰਾਪਾਤਕ ਸ਼ਕਤੀਆਂ। ਭਰਾਪਾਤਕ ਸ਼ਕਤੀਆਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸੰਕੇਤ ਹੈਗਾ ਪੰਜ ਵੀਰਾਂ ਦਾ ਕਰਾਮਾਤੀ ਅੰਸ਼। ਠੀਕ ਹੈ, ਜਿਵੇਂ ਉਹ ਕਹਿੰਦੇ ਵੀ ਰਾਂਝਾ ਜਦੋਂ ਜੋਗ ਲੈ ਕੇ ਆਉਂਦਾ ਤੇ ਫਿਰ ਉਹ ਕਰਾਮਾਤੀ ਅੰਸ਼ ਵਿਖਾਉਂਦਾ ਉੱਥੇ। ਠੀਕ ਹੈ, ਜੋਗੀ ਬਣ ਕੇ ਜਾਂਦਾ ਹੈਗਾ ਤਾਂ ਉਹ ਇੱਕ ਕਰਾਮਾਤੀ ਅੰਸ਼ ਹੈ ਜਿਹੜੇ ਪੰਜਾਂ ਵੀਰਾਂ ਦੀ ਕਥਾ। ਤਾਂ ਇਹ ਕੀ ਹੈ ਭਰਾਪਾਤਕ ਸ਼ਕਤੀਆਂ ਦੀ ਜਿਹੜੀ ਹੈਗੀ ਆ ਉਹ ਪੇਸ਼ਕਾਰੀ ਹੈਗੀ, ਕਿਹਦੇ ਵਿੱਚ ਕਿੱਸਾ ਕਾਵ ਦੇ ਵਿੱਚ ਮਿਲਦੀ ਆ, ਵੀਰ ਕਾਵ 'ਚ ਨਹੀਂ ਮਿਲਦੀ ਆਪਾਂ ਨੂੰ। ਵੀਰ ਕਾਵ ਦੇ ਵਿੱਚ ਨਾ ਤਾਂ ਆਪਾਂ ਨੂੰ ਭਰਾਪਾਤਕ ਸ਼ਕਤੀਆਂ ਦੀ ਪੇਸ਼ਕਾਰੀ ਮਿਲਦੀ ਹੈ, ਠੀਕ ਹੈ, ਔਰ ਨਾ ਹੀ ਉਹਦੇ 'ਚ ਇਸ ਤਰ੍ਹਾਂ ਦੇ ਸੰਵਾਦ ਮਿਲਦੇ ਹੈਗੇ ਵੀਰ ਕਾਵ ਦੇ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਂਦਾ ਹੈਗਾ ਆਪਣੇ ਕੋਲ ਨਾਇਕ ਦੀ ਸੁੰਦਰਤਾ। ਨਾਇਕ ਦੀ ਸੁੰਦਰਤਾ, ਨਾਇਕਾ ਦੀ ਸੁੰਦਰਤਾ, ਨਾਇਕ ਦੀ ਮੌਤ, ਇਸਤਰੀ ਨਿੰਦਾ। ਆਪਣੇ ਕੋਲੇ ਜਿੰਨੀ ਵੀ ਮੱਧਕਾਲ ਦੀਆਂ ਰਚਨਾਵਾਂ ਹੈਗੀਆਂ ਉਹਦੇ ਵਿੱਚ ਕੀ ਆ, ਇਸਤਰੀ ਨਿੰਦਾ ਮਿਲਦੀ ਹੀ ਮਿਲਦੀ ਆ। ਠੀਕ ਹੈ ਜੀ।
ਤਾਂ ਜਿੰਨੀ ਵੀ ਆਪਣੇ ਕੋਲੇ ਮੱਧਕਾਲ ਦੀਆਂ ਰਚਨਾਵਾਂ ਹੈਗੀਆਂ ਉਹਦੇ ਵਿੱਚ ਆਪਾਂ ਨੂੰ ਕੀ ਹੈ ਇਸਤਰੀ ਨਿੰਦਾ ਪਈ ਮਿਲਦੀ ਹੈਗੀ ਹੈ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੈ ਨਾਇਕ ਦੀ ਸੁੰਦਰਤਾ ਨੂੰ ਚਿਤਰਿਆ ਜਾਂਦਾ, ਨਾਇਕਾ ਦੀ ਸੁੰਦਰਤਾ ਨੂੰ ਚਿਤਰਿਆ ਜਾਂਦਾ ਹੈਗਾ। ਠੀਕ ਹੈ, ਤਾਂ ਨਾਇਕ ਦੀ ਜਿਹੜੀ ਉਹ ਮੌਤ ਵਿਖਾਈ ਜਾਂਦੀ ਹੈਗੀ ਹੈ। ਦੁਖਾਂਤ ਫੇਰ ਹੀ ਸਿਰਜਿਆ ਜਾਊ ਨਾ, ਦੁਖਾਂਤ ਫੇਰ ਹੀ ਸਿਰਜਣਗੇ ਜੇ ਨਾਇਕ ਦੀ ਮੌਤ ਹੋ ਜੂਗੀ, ਫਿਰ ਤਾਂ ਦੁਖਾਂਤ ਪੈਦਾ ਨਹੀਂ ਹੋਇਆ ਜੀ ਐਂਡ ਦੇ ਉਹ ਮਿਲ ਜਾਣਗੇ। ਠੀਕ ਹੈ, ਤਾਂ ਨਾਇਕ ਦੀ ਮੌਤ ਨੂੰ ਦਿਖਾਇਆ ਜਾਂਦਾ ਤੇ ਇਸਤਰੀ ਨਿੰਦਾ ਮਿਲਦੀ। ਔਰ ਸਭ ਤੋਂ ਵੱਧ ਜਿਹੜੀ ਇਸਤਰੀ ਨਿੰਦਾ ਹੈਗੀ ਆ ਉਹ ਆਪਾਂ ਨੂੰ ਪੀਲੂ ਦੇ ਕਿਸੇ ਮਿਰਜ਼ਾ ਸਾਹਿਬ 'ਚ ਮਿਲਦੀ ਹੈ, ਜਿੱਥੇ ਉਹ ਕਹਿੰਦਾ ਵੀ ਭੱਠ ਰੰਨਾਂ ਦੀ ਦੋਸਤੀ ਖੁਰੀ ਇਹਨਾਂ ਦੀ ਮੱਤ, ਪਹਿਲਾਂ ਹੱਸਲਾ ਸਲਾਉਂਦੀਆਂ ਯਾਰੀਆਂ ਫਿਰ ਦਿੰਦੀਆਂ ਘਰੋਂ ਨੇ ਪੱਟ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਾਂ ਨੂੰ ਉਹ ਇਸਤਰੀ ਨਿੰਦਾ ਦੀਆਂ ਰਚਨਾਵਾਂ ਮਿਲਦੀਆਂ। ਇਸਤਰੀ ਨਿੰਦਾ ਆਪਾਂ ਨੂੰ ਗੋਰਖਨਾਥ 'ਚ ਵੀ ਮਿਲਦੀ ਹੈ, ਇਸਤਰੀ ਨਿੰਦਾ ਆਪਣੀ ਗੋਰਖਨਾਥ 'ਚ ਵੀ ਮਿਲਦੀ ਹੈ। ਔਰ ਇਸ ਚੀਜ਼ ਦਾ ਜਿਹੜਾ ਪ੍ਰਜੋਰ ਵਿਰੋਧ ਹੈਗਾ ਉਹ ਆਪਣਾ ਗੁਰਮਤਿ ਕਾਵਿ ਕਰਦਾ, ਜਦੋਂ ਉਹ ਕਰਦਾ ਸੋ ਕੋ ਮੰਦਾ ਆਖ ਗਏ ਜਿਤ ਜੰਮਿਆ ਰਹਿ ਜਾਣ। ਤਾਂ ਗੁਰੂ ਨਾਨਕ ਦੇਵ ਜੀ ਆਂਦੇ ਵੀ ਉਹਨਾਂ ਨੂੰ ਮਾੜਾ ਕਿਉਂ ਆਖਣਾ, ਜਿਹਨੇ ਏਡੇ ਏਡੇ ਰਾਜੇ ਜੰਮੇ ਆ, ਤਾਂ ਉਸ ਇਸਤਰੀ ਨੂੰ ਮਾੜਾ ਕਿਉਂ ਆਖਣਾ। ਠੀਕ ਹੈ ਜੀ, ਉਸ ਤੋਂ ਬਾਅਦ ਸ਼ਿੰਗਾਰ ਭਰੀ ਰਾਜਾ, ਕਿਉਂਕਿ ਜਿਹੜਾ ਆਪਣਾ ਕਿੱਸਾ ਕਾਵਿ ਹੈ ਇਹਦੇ ਵਿੱਚ ਕਿਹੜਾ ਰਸ ਹੁੰਦਾ ਹੈਗਾ, ਸ਼ਿੰਗਾਰ ਰਸ ਪ੍ਰਧਾਨ ਰਸ ਹੁੰਦਾ। ਠੀਕ ਹੈ, ਆਪਣੇ ਕੋਲੇ 9 ਤਰ੍ਹਾਂ ਦੇ ਰਸ ਹੁੰਦੇ ਆ। ਠੀਕ ਹੈ, ਉਹਦੇ ਵਿੱਚ ਜਿਹੜਾ ਸ਼ਿੰਗਾਰ ਰਸ ਹੈਗਾ ਉਹ ਸਭ ਤੋਂ ਪ੍ਰਧਾਨ ਰਸ ਹੈਗਾ, ਜਿਹਨੂੰ ਸਭ ਤੋਂ ਐਂਡ ਤੇ ਜੋੜਿਆ ਗਿਆ। ਠੀਕ ਹੈ, ਤਾਂ ਕਿੱਸਾ ਕਾਵਿ ਦੇ ਵਿੱਚ ਪ੍ਰਧਾਨ ਰਸ ਕਿਹੜਾ ਹੈਗਾ, ਸ਼ਿੰਗਾਰ ਰਸ। ਵੀਰ ਦੇ ਵਿੱਚ ਕਿਹੜਾ ਸ਼ਿੰਗਾਰ ਰਸ ਵੀਰ ਦੇ ਵਿੱਚ ਕਿਹੜਾ ਰਸ ਹੈਗਾ ਜਿਹੜਾ ਪ੍ਰਧਾਨ ਹੁੰਦਾ ਹੈਗਾ, ਉਹ ਹੈਗਾ ਵੀਰ ਰਸ। ਠੀਕ ਹੈ, ਇਸੇ ਤਰ੍ਹਾਂ ਗੁਰਮਤਿ ਕਾਵਿ ਆਪਣਾ, ਗੁਰਮਤਿ ਕਾਵਿ ਦੇ ਵਿੱਚ ਕਿਹੜਾ ਹੈਗਾ ਦਰਜ, ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਜਾਏ, ਵੀਡੀਓ ਦੇ ਵਿੱਚ ਤੁਹਾਡਾ ਹੋਮਵਰਕ ਹੈ ਵੀ ਗੁਰਮਤਿ ਕਾਵਿ ਦੇ ਵਿੱਚ ਪ੍ਰਧਾਨ ਰਸ ਕਿਹੜਾ ਹੈਗਾ। ਠੀਕ ਹੈ, ਤਾਂ ਫਿਰ ਇਹਦੇ ਵਿੱਚ ਸਮੇਂ ਸਮੇਂ ਦੇ ਰਸਮ ਰਿਵਾਜ ਸੱਭਿਆਚਾਰ ਦੀ ਪੇਸ਼ਕਾਰੀ ਹੁੰਦੀ ਹੈ। ਕੋਈ ਵੀ ਰਚਨਾ ਦੇਖੋ ਆਪਾਂ ਕਹਿੰਦੇ ਵੀ ਜਿਹੜਾ ਸਾਹਿਤ ਹੈਗਾ ਸਮਾਜ ਦਾ ਸ਼ੀਸ਼ਾ। ਠੀਕ ਹੈ, ਤਾਂ ਜਿਸ ਤਰ੍ਹਾਂ ਦਾ ਬੰਦਾ ਸਮਾਜ ਦੇ ਵਿੱਚ ਰਹਿੰਦਾ ਹੈਗਾ ਉਹਦੇ ਜਿਹੜੇ ਬਿੰਬ ਹੈ, ਉਹਦੀ ਜਿਹੜੀ ਭਾਸ਼ਾ ਹੈਗੀ ਉਹਦੇ ਉੱਪਰ ਸਥਾਨਕ ਪ੍ਰਭਾਵ ਪੈਂਦੇ ਆ। ਠੀਕ ਹੈ, ਜੇ ਆਪਾਂ ਹੀਰ ਦਮੋਦਰ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਆਪਾਂ ਨੂੰ ਝੰਗੀ ਦਾ ਪ੍ਰਭਾਵ ਮਿਲਦਾ। ਕਿਉਂ? ਕਿਉਂਕਿ ਉਹ ਝੰਗ ਦੇ ਇਲਾਕੇ ਦਾ ਸੀ। ਆਪਾਂ ਆਪਣੀ ਮਦਰ ਟੰਗ ਦਾ ਪ੍ਰਭਾਵ ਤਾਂ ਆਪਣੇ ਤੇ ਹੁੰਦਾ ਹੀ ਆ। ਠੀਕ ਹੈ, ਜਿਵੇਂ ਹੁਣ ਮੈਂ ਫੋਰ ਐਗਜ਼ਾਮਪਲ ਮੈਂ ਮਲਵਈ ਹਾਂ, ਤਾਂ ਮੇਰੇ ਤੇ ਮਾਲਵੇ ਦਾ ਪ੍ਰਭਾਵ ਹੈ, ਮੇਰੇ ਰਸਮਾਂ ਰਿਵਾਜਾਂ ਤੇ ਮਾਲਵੇ ਦਾ ਪ੍ਰਭਾਵ ਹੈ। ਮਾਝੀ ਦੇ ਵਿੱਚ ਹੋਰ ਰਸਮ ਰਿਵਾਜ ਹੈਗੇ ਆ, ਉਹਨਾਂ ਦੀ ਭਾਸ਼ਾ ਹੋਰ ਆ, ਦੁਆਬਿਆਂ ਦੀ ਹੋਰ ਆ, ਪੁਆਂਧੀਆਂ ਦੀ ਹੋਰ ਆ। ਠੀਕ ਹੈ, ਜੇ ਆਪਾਂ ਹਬੋਰ ਦੀ ਗੱਲ ਕਰੀਏ ਤਾਂ ਇਹਨਾਂ ਦੀ ਵੱਖਰੀ ਹੈਗੀ ਭਾਸ਼ਾ, ਇਹਨਾਂ ਦਾ ਸੱਭਿਆਚਾਰ ਵੀ ਵੱਖਰਾ। ਠੀਕ ਹੈ, ਸੋ ਕਹਿਣ ਦਾ ਭਾਵ ਕੀ ਹੈ ਵੀ ਸਮੇਂ ਸਮੇਂ ਦੇ ਜਿਹੜੇ ਰਸਮ ਰਿਵਾਜ ਹੁੰਦੇ ਉਹ ਦਰਜ ਕੀਤੇ ਜਾਂਦੇ ਆ। ਠੀਕ ਹੈ, ਜਿਵੇਂ ਆਪਾਂ ਹੀਰ ਦਮੋਦਰ ਦੀ ਗੱਲ ਲੈ ਲਈਏ ਤਾਂ ਉਹਦੇ ਵਿੱਚ ਜਦੋਂ ਹੀਰ ਦਾ ਵਿਆਹ ਹੁੰਦਾ ਤਾਂ ਹੀਰ ਨੂੰ ਦਾਜ ਦੇਣਾ, ਕਿੰਨੀਆਂ ਰਸਮਾਂ ਹੁੰਦੀਆਂ, ਉਹ ਸਾਰਾ ਕੁਝ ਦਰਜ ਕੀਤਾ ਗਿਆ। ਔਰ ਸੱਭਿਆਚਾਰ ਦੀ ਪੇਸ਼ਕਾਰੀ ਹੁੰਦੀ ਹੈ। ਠੀਕ ਹੈ, ਕਿੱਸਿਆਂ ਦੇ ਵਿੱਚ ਤਾਂ ਇਸ ਤਰ੍ਹਾਂ ਦੀ ਜਿਹੜੀ ਸੱਭਿਆਚਾਰਕ ਸ਼ਬਦਾਵਲੀ ਹੁੰਦੀ ਹੈ ਆਪਾਂ ਨੂੰ ਕਿੱਸਿਆਂ ਦੇ ਵਿੱਚ ਹੀ ਵੇਖਣ ਨੂੰ ਮਿਲਦੀ ਹੈ। ਠੀਕ ਹੈ ਜੀ, ਜਦੋਂ ਆਪਾਂ ਗੱਲ ਕਰਦੇ ਹੈਗੇ ਆ ਗੁਰੂ ਨਾਨਕ ਦੀ ਗੱਲ ਕਰਦੇ ਹਾਂ, ਗੁਰਮਤਿ ਕਾਵਿ ਦੀ ਗੱਲ ਤੇ ਲੈ ਲਈਏ ਫੋਰ ਐਗਜ਼ਾਮਪਲ। ਠੀਕ ਹੈ, ਤਾਂ ਜਦੋਂ ਗੁਰੂ ਨਾਨਕ ਦੇਵ ਜੀ ਸੈਦਪੁਰ ਹੁੰਦੇ ਆ ਤਾਂ ਬਾਬਰ ਦਾ ਹਮਲਾ ਹੁੰਦਾ ਔਰ ਉਹਨੂੰ ਉਹ ਖੁਰਾਸਾਨ ਖੁਰਮਾਨਾ ਕੀ ਆ ਤੈਂ ਕਿ ਦਰਦ ਨਾ, ਉਹ ਵਾਲਾ ਜਿਹੜਾ ਸਲੋਕ ਦਰਜ ਕਰਦੇ ਹੈਗੇ, ਰਚਨਾ ਕਰਦੇ ਹੈਗੇ, ਉਹ ਕੀ ਹੈ, ਉਹ ਸਥਾਨਕ ਪ੍ਰਭਾਵ ਹੀ ਆ, ਸਥਾਨਕ ਰੰਗਨੀ ਹੈ। ਠੀਕ ਹੈ, ਤਾਂ ਜਿਸ ਤਰ੍ਹਾਂ ਦੇ ਸਮੇਂ ਸਮੇਂ ਦੇ ਰਿਵਾਜ ਸੱਭਿਆਚਾਰ ਆ ਜੋ ਉਸ ਸਮੇਂ ਚੱਲ ਰਿਹਾ ਹੈਗਾ ਉਹਦੀ ਜਿਹੜੀ ਪੇਸ਼ਕਾਰੀ ਉਹ ਆਪਣੇ ਕਿੱਸਾ ਕਾਵਿ ਦੇ ਵਿੱਚ ਮਿਲਦੀ ਹੈ, ਵੀਰ ਕਾਵਿ ਦੇ ਵਿੱਚ ਨਹੀਂ ਮਿਲਦੀ। ਤਾਂ ਇਹ ਕੁਛ 9 ਤੱਤ ਸੀਗੇ ਕਿੱਸਾ ਕਾਵਿ ਧਾਰਾ ਦੇ, ਜਿਨ੍ਹਾਂ ਦੇ ਆਧਾਰ ਤੇ ਆਪਾਂ ਕਹਿ ਸਕਦੇ ਵੀ ਇਹ ਜਿਹੜੀ ਰਚਨਾ ਹੈਗੀ ਇਹ ਕਿੱਸਾ ਹੈਗੀ ਹੈ। ਠੀਕ ਹੈ ਜੀ, ਦਮੋਦਰ ਤੋਂ ਪਹਿਲਾਂ ਦੇਖੋ ਇਹ ਬਾਕੀ ਗੁਲਾਬੀ, ਇਹਨੇ ਮਸਨਵੀ ਦੇ ਵਿੱਚ ਹੀਰ ਪਹਿਲਾਂ ਲਿਖੀ ਆ, ਹੀਰ ਰਾਂਝਾ, ਇਹਨੂੰ ਸਪੈਲਿੰਗ ਮਿਸਟੇਕ ਕਰ ਲਿਆ ਜੇ ਹੀਰ ਰਾਂਝਾ ਲਿਖਣਾ ਸੀਗਾ, ਇਹ ਸੌਰੀ ਗਲਤੀ ਹੋ ਗਈ ਇੱਥੇ ਨਾ, ਉਹ ਟਾਈਪਿੰਗ 'ਚ ਆਟੋ ਸਪੈਲ ਹੋ ਗਿਆ ਤੇ ਪਤਾ ਨਹੀਂ ਲੱਗਿਆ, ਇੱਥੇ ਹੀਰ ਰਾਂਝਾ ਕਰ ਲਿਆ ਜੀ। ਦਮੋਦਰ ਤੋਂ ਪਹਿਲਾਂ ਬਾਕੀ ਗੁਲਾਬੀ ਨੇ ਮਸਨਵੀ 'ਚ ਲਿਖਿਆ, ਦਮੋਦਰ ਨੇ ਕਾਹਦੇ 'ਚ ਲਿਖੀ ਆ, ਦਮੋਦਰ ਨੇ ਕਾਹਦੇ 'ਚ ਲਿਖੀ ਸੀ, ਪੰਜਾਬੀ ਦੇ ਵਿੱਚ ਕਿੱਸਾ ਕਾਵਿ ਸਭ ਤੋਂ ਪਹਿਲਾਂ। ਇੱਥੇ ਗੱਲ ਹੋ ਰਹੀ ਹੈ ਫਾਰਸੀ ਮਸਨਵੀ ਦੀ। ਠੀਕ ਹੈ, ਤਾਂ ਬਾਕੀ ਗੁਲਾਬੀ ਨੇ ਮਸਨਵੀ 'ਚ ਹੀਰ ਤੇ ਗੰਗ ਭੱਟ ਨੇ ਹਿੰਦੀ ਦੇ ਵਿੱਚ, ਹਿੰਦੀ ਦੇ ਵਿੱਚ ਕੀ ਲਿਖੀ, ਝਗੜਾ ਹੀਰ ਰਾਂਝਾ ਕਾਜੀਗਾ ਉਪਲਬਧ ਹੈਗੀ ਆਪਣੇ ਕੋਲੇ। ਠੀਕ ਹੈ, ਹਿੰਦੀ ਦੇ ਵਿੱਚ ਗੰਗ ਭੱਟ ਦੀ ਰਚਨਾ ਤੇ ਮਸਨਵੀ ਦੇ ਵਿੱਚ ਹੀਰ ਸਭ ਤੋਂ ਪਹਿਲਾਂ ਕਿਹਨੇ ਲਿਖੀ ਹੈ, ਬਾਕੀ ਗੁਲਾਬੀ ਨੇ। ਔਰ ਜੇ ਤੁਹਾਨੂੰ ਡਾਕਟਰ ਮੋਹਨ ਸਿੰਘ ਦੀਵਾਨਾ ਪੁੱਛ ਲੈਣ ਤਾਂ ਫਿਰ ਆਪਣੇ ਕੋਲੇ ਕਿਹੜੀ ਹੈਗੀ ਰਚਨਾ, ਉਹ ਹੈਗੀ ਹੈ ਪੁੱਛਿਆ ਦੀ। ਠੀਕ ਹੈ ਜੀ, ਥੋੜਾ ਜਿਹਾ ਆਪਾਂ ਪਿੱਛੋਂ ਰਿਵਾਈਜ਼ ਕਰ ਲਈਏ ਔਰ ਫਿਰ ਤੁਹਾਨੂੰ ਥੋੜਾ ਜਿਹਾ ਰਿਵਾਈਜ਼ ਕਰ ਲਈਏ ਆਪਾਂ। ਮੈਨੂੰ ਪਤਾ ਤੁਸੀਂ ਇਸ ਤਰ੍ਹਾਂ ਲੰਮੀਆਂ ਵੀਡੀਓਜ਼ ਦੇਖਦੇ ਦੇਖਦੇ ਬੋਰ ਹੋ ਜਾਂਦੇ ਆ, ਕਈ ਤਾਂ ਮੇਰਾ ਵਰਗੇ ਹੁੰਦਾ ਵੀ ਦਵਾ ਸਕਿਪ ਕਰਕੇ ਵੀ ਮੇਨ ਕੰਟੈਂਟ ਚੱਕ ਲਈਏ। ਠੀਕ ਹੈ, ਤਾਂ ਜਿਹੜੀ ਇਹ ਵਿਚਾਰ ਚਰਚਾ ਹੁੰਦੀ ਹੈ ਨਾ, ਇਹ ਜ਼ਰੂਰੀ ਹੁੰਦੀ ਹੈਗੀ ਹੈ। ਪੜ੍ਹਨ ਨੂੰ ਤੁਸੀਂ ਕਿਤਾਬਾਂ 'ਚ ਵੀ ਪੜ੍ਹ ਸਕਦੇ ਹੋ, ਫਿਰ ਤੁਸੀਂ ਕੋਚਿੰਗ ਸੈਂਟਰਾਂ 'ਚ ਕਿਉਂ ਜਾਂਦੇ ਹੋ। ਇੱਕ ਪਰ ਕੀ ਆ ਵੀ ਉੱਥੇ ਤੁਹਾਨੂੰ ਜਦੋਂ ਤੁਹਾਨੂੰ ਟੀਚਰ ਡਿਕਟੇਟ ਕਰਦਾ ਨਾ, ਜਦੋਂ ਤੁਸੀਂ ਇੱਕ
ਲੈਵਲ 'ਚ ਵੱਧ ਜਾਂਦੇ ਹੋ ਤਾਂ ਫਿਰ ਤੁਹਾਨੂੰ ਚੀਜ਼ਾਂ ਜ਼ਿਆਦਾ ਸਮਝ ਆਉਂਦੀਆਂ ਹੈਗੀਆਂ। ਪੜ੍ਹਨ ਨਾਲ ਕਈ ਵਾਰੀ ਚੀਜ਼ਾਂ ਸਮਝ ਨਹੀਂ ਆਉਂਦੀਆਂ, ਕਿਸੇ ਦੇ ਸਮਝਾਉਣ ਨਾਲ ਛੇਤੀ ਸਮਝ ਆ ਜਾਂਦੀਆਂ। ਜਿਵੇਂ ਮੇਰੀ ਮੈਂ ਆਪਣੇ ਖੁਦ ਦੀ ਗੱਲ ਕਰ ਲਾਂ, ਮੈਨੂੰ ਜਦੋਂ ਮੈਂ MA ਕਰਦਾ ਸੀ ਤਾਂ ਮੈਨੂੰ ਤਾਂ ਮੈਨੂੰ ਜਿਹੜੀ ਭਾਸ਼ਾ ਵਿਗਿਆਨ ਉਹ ਸਮਝ ਨਹੀਂ ਆਉਂਦਾ ਸੀ, ਠੀਕ ਹੈ। ਪਰ ਜਦੋਂ ਮੈਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ, ਉਹਦੇ ਟੀਚਰ ਕੋਲੇ ਗਿਆ, ਸਰ ਨੂੰ ਮੈਂ ਕਿਹਾ ਵੀ ਸਰ ਮੈਨੂੰ ਭਾਸ਼ਾ ਵਿਗਿਆਨ ਸਮਝ ਨਹੀਂ ਲੱਗਦਾ, ਔਰ ਸਰ ਨੇ ਜਦੋਂ ਮੈਨੂੰ ਤਕਨੀਕਾਂ ਦੱਸੀਆਂ, ਹੌਲੀ ਹੌਲੀ ਸਮਝਾਇਆ, ਤੇ ਹੁਣ ਮੈਨੂੰ ਭਾਸ਼ਾ ਮੇਰੀ ਉਦੋਂ ਦੀ MA ਦੀ ਪੜ੍ਹੀ ਤੇ ਮੈਨੂੰ ਹੁਣ ਭਾਸ਼ਾ ਪੜ੍ਹਨ ਦੀ ਲੋੜ ਹੀ ਨਹੀਂ ਪੈਂਦੀ, ਠੀਕ ਹੈ। ਤਾਂ ਕੀ ਹੈਗਾ ਵੀ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ, ਠੀਕ ਹੈ। ਰੈਕਟੀਫਿਕੇਸ਼ਨ ਨਾ ਲਾਇਆ ਕਰੋ। ਜਿਵੇਂ ਡਾਕਟਰ ਨਹੀਂ ਦੱਸਦਾ ਹੁੰਦਾ, ਗੋਲੀਆਂ ਲਿਖ ਕੇ ਦਿੰਦਾ ਵੀ ਇੱਕ ਸੁਬਾਹ ਖਾ ਲਈ, ਸ਼ਾਮ ਨੂੰ ਖਾ ਲਈ ਤੇ ਦੁਪਹਿਰੇ ਖਾ ਲਈ, ਠੀਕ ਹੋ ਜਾਏਗਾ। ਉਵੇਂ ਤੁਸੀਂ 3 ਵਾਰੀ ਡੋਜ਼ ਲੈਣੀ ਚੀਜ਼ਾਂ ਦੀ, ਵੀ ਇੱਕ ਵਾਰੀ ਸੁਬਾਹ ਪੜ੍ਹਨਾ, ਜਸਟ ਪੜ੍ਹਨਾ, ਉਦੋਂ ਮੁੜ ਕੇ ਦੁਪਹਿਰੇ ਤੇ ਸ਼ਾਮ ਨੂੰ। ਆਪਦੇ ਆਸ ਪੜੋਸ ਕੋਈ ਛੋਟਾ ਜਵਾਕ ਆ, ਉਹਨੂੰ ਤੁਸੀਂ ਦਿਓ ਆਪਦੀ ਕਿਤਾਬ, ਉਹਨੂੰ ਕਹਿ ਲੈ ਮੈਥੋਂ ਸੁਣ। ਇਹ ਛੋਟਾ ਵੱਡਾ ਨਾ ਸਮਝਿਆ ਕਰੋ, ਬੱਚੇ ਬਹੁਤ ਅੱਜ ਕੱਲ੍ਹ ਦੇ ਸ਼ੈਤਾਨ ਹੈਗੇ, ਆਪਣੇ ਨੂੰ 10 ਸਾਲ ਅੱਗੇ ਹੈਗੇ ਆ, ਠੀਕ ਹੈ। ਤਾਂ ਆਪਾਂ ਰਿਵਾਈਜ਼ ਕਰ ਲਈਏ ਤਾਂ ਜਿਹੜੀ ਆਪਣੀ ਪੰਜਾਬੀ ਕਿੱਸਾ ਕਾਵਿ ਤੇ ਪ੍ਰਭਾਵ ਹੈਗਾ ਉਹ ਕਿਹੜਾ ਹੈਗਾ, ਫਾਰਸੀ ਕਵਿਤਾ ਦਾ, ਠੀਕ ਹੈ। ਔਰ ਮਸਨਵੀ ਦੇ ਵਿੱਚੋਂ ਉਪਜ ਕੇ ਆਈ ਹੈਗੀ ਆਪਣੇ ਕੋਲੇ ਕਿੱਸਾ ਕਾਵਿ ਧਾਰਾ। ਕਿੱਸਾ ਸ਼ਬਦ ਹੈ ਜਿਹੜਾ ਉਹ ਅਰਬੀ ਭਾਸ਼ਾ ਦਾ ਸ਼ਬਦ ਹੈ, ਠੀਕ ਹੈ। ਮਸਨਵੀ ਦੇ ਵਿੱਚ ਹਰੇਕ ਪ੍ਰਕਾਰ ਦਾ ਵਿਸ਼ਾ ਲਿਆ ਜਾਂਦਾ ਸੀ, ਇਹਦੇ ਵਿੱਚ ਆਪਣੇ ਇਸ਼ਕ ਤੇ ਪ੍ਰੇਮ ਕਹਾਣੀਆਂ ਲਈਆਂ ਜਾਂਦੀਆਂ, ਠੀਕ ਹੈ। ਔਰ ਇਹਦੀ ਜਿਹੜੀ ਮੂਲ ਧਾਤੂ ਆ ਕਿੱਸਾ ਸ਼ਬਦ ਦੀ, ਹੋਏਗੀ ਕਸ ਸ਼ਬਦ ਤੋਂ ਨਿਕਲ ਕੇ ਆਉਂਦਾ ਹੈਗਾ ਆਪਣੇ ਕੋਲੇ, ਠੀਕ ਹੈ ਜੀ। ਇਸੇ ਤਰ੍ਹਾਂ ਜਿਹੜੀ ਫਾਰਸੀ ਮਸਨਵੀ ਦੇ 2 ਕਾਵਿ ਰੂਪ ਪ੍ਰਚਲਿਤ, ਇੱਕ ਰਜਮੀਆ ਤੇ ਇੱਕ ਬਜਮੀਆ, ਠੀਕ ਹੈ। ਰਜਮੀਆ ਜਿਹੜੀ ਉਹ ਕਿੱਸਾ ਜਾਂ ਜੰਗ ਦੀ ਵਾਰਤਾ ਜਿਹੜੀ ਆਪਣੇ ਵਾਰ ਕਾਵਿ ਰੂਪ ਬਣ ਗਈ, ਔਰ ਇਹ ਇਸ਼ਕੀਆ ਬਿਰਤਾਂਤ ਦਾ ਜਿਹੜਾ ਕਿੱਸਾ ਕਾਵਿ ਰੂਪ ਬਣ ਗਈ। ਇਸੇ ਤਰ੍ਹਾਂ ਮਾਲਵੇ ਚ ਨੂੰ ਚਿੱਠਾ ਆਖਿਆ ਜਾਂਦਾ, ਤੇ ਹਿੰਦੀ ਤੇ ਸੰਸਕ੍ਰਿਤ ਚ ਇਹਦੇ ਵਾਸਤੇ 2 ਸ਼ਬਦ ਵਰਤੇ ਜਾਂਦੇ ਆ, ਆਖਿਆਨ ਤੇ ਪ੍ਰੇਮਾਖਿਆਨ, ਠੀਕ ਹੈ। ਔਰ ਇਹਦੇ ਬਾਰੇ ਆਪਾਂ ਬੜੇ ਵਿਸਥਾਰ ਸਹਿਤ ਚਰਚਾ ਕੀਤੀ ਸੀ ਵੀ ਡਾਕਟਰ ਮੋਹਨ ਸਿੰਘ ਦੀਵਾਨਾ ਜਿਹੜਾ ਪਹਿਲਾਂ ਕਿਹਨੂੰ ਮੰਨਦੇ ਆ, ਪੁੱਛਿਆ ਨੂੰ, ਔਰ ਉਹਨਾਂ ਅਨੁਸਾਰ ਕਵਿਤਾ ਕੀ ਹੈ, ਕਿੱਸਾ ਕੀ ਹੈ, ਕਲਪਿਤ ਵਾਰਤਾ। ਔਰ ਸੱਸੀ ਪੁੰਨੂ ਦਾ ਕਿੱਸਾ ਸਭ ਤੋਂ ਪਹਿਲਾਂ ਲਿਖਿਆ ਕਿਹਨੇ, ਪੁੱਛਿਆ ਨੇ, ਕਿਹਦੇ ਅਨੁਸਾਰ, ਡਾਕਟਰ ਮੋਹਨ ਸਿੰਘ ਦੀਵਾਨਾ ਅਨੁਸਾਰ, ਠੀਕ ਹੈ ਜੀ। ਇਸ ਤੋਂ ਬਾਅਦ ਕੀ ਹੈ ਵੀ ਇਹ ਮੱਧਕਾਲ ਦੀ ਦੇਣ ਹੈ ਔਰ ਗੁਰੂ ਨਾਨਕ ਕਾਲ ਵਿੱਚ ਉਪਜੀ ਹੈ, ਠੀਕ ਹੈ। ਭਾਈ ਗੁਰਦਾਸ ਤੇ ਸ਼ਾਹ ਹੁਸੈਨ, ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਸਭ ਤੋਂ ਪਹਿਲਾਂ ਜਿਹੜਾ ਪ੍ਰੀਤ ਜੋੜਿਆਂ ਬਾਰੇ ਸੰਕੇਤ ਕੌਣ ਕਰਦਾ, ਸ਼ਾਹ ਹੁਸੈਨ ਕਰਦਾ, ਠੀਕ ਹੈ। ਕੌਣ ਕਰਦਾ ਹੈਗਾ ਪ੍ਰਵੇਸ਼, ਸ਼ਾਹ ਹੁਸੈਨ, ਠੀਕ ਹੈ, ਸ਼ਾਹ ਹੁਸੈਨ, ਠੀਕ ਹੈ ਜੀ। ਇਹ ਉਹਨਾਂ ਦੇ ਸ਼ਲੋਕ ਹੈਗਾ ਭਾਈ ਗੁਰਦਾਸ ਜੀ ਦਾ। ਔਰ ਜਿਹੜੀ 27ਵੀਂ ਵਾਰ ਹੈ ਇਹਨੂੰ ਪ੍ਰੀਤ ਜੋੜਿਆਂ ਦੀ ਵਾਰ ਕਹਿ ਜਾਂਦਾ ਭਾਈ ਗੁਰਦਾਸ ਦੀਆਂ। 39 ਵਾਰਾਂ ਹੈਗੀਆਂ ਭਾਈ ਗੁਰਦਾਸ ਦੀਆਂ ਪੰਜਾਬੀ, ਜਿਹੜੀਆਂ ਉਹਨਾਂ ਨੇ ਪੰਜਾਬੀ ਦੇ ਵਿੱਚ ਲਿਖੀਆਂ। ਬਾਕੀ ਰਚਨਾ ਉਹਨਾਂ ਦੀ ਸੰਸਕ੍ਰਿਤ ਤੇ ਬ੍ਰਜ ਭਾਸ਼ਾ ਦੇ ਵਿੱਚ ਹੈਗੀ ਆ, ਠੀਕ ਹੈ। ਜਿਹੜੀ ਆਪਣੇ ਕੋਲ ਇਹ ਤੁਹਾਨੂੰ ਕਿੱਸੇ ਦੱਸੇ ਸੀਗੇ, ਇਹ ਸਭ ਤੋਂ ਮਸ਼ਹੂਰ ਕਿੱਸੇ ਆ ਜਿਨ੍ਹਾਂ ਨੇ ਪੰਜਾਬੀ ਕਿੱਸਾ ਕਾਵਿ ਨੂੰ ਆਪਦੇ ਅਮਰ ਕੀਤਾ ਹੈਗਾ ਇਹਨਾਂ ਰਚਨਾਵਾਂ ਦੇ ਨਾਲ। ਇਹਨਾਂ ਵਿੱਚੋਂ ਹੀਰ ਹੈ ਜਿਹੜੀ ਕਿਹਦੀ ਮਸ਼ਹੂਰ ਆ, ਵਾਰਿਸ ਦੀ, ਸੋਹਣੀ ਫਜ਼ਲ ਸ਼ਾਹ ਦੀ, ਕਾਦਰ ਯਾਰ ਦਾ ਪੂਰਨ ਭਗਤ, ਸੱਸੀ ਕੀ ਦੀ ਮਸ਼ਹੂਰ ਆ, ਹਾਸ਼ਮ ਦੀ, ਸੈਫੁਲ ਮਲੂਕੀ ਦਾ, ਮੁਹੰਮਦ ਬਖਸ਼ ਦਾ, ਔਰ ਪੀਲੂ ਕੀ ਦਾ ਮਸ਼ਹੂਰ ਹੈ, ਪੀਲੂ ਦਾ ਕਿੱਸਾ ਕਿਹੜਾ ਮਸ਼ਹੂਰ ਆ, ਮਿਰਜ਼ਾ ਸਾਹਿਬਾਂ, ਠੀਕ ਹੈ। ਤਾਂ ਇਸ ਤੋਂ ਬਾਅਦ ਆਪਾਂ ਕਿੱਸੇ ਦੇ ਤੱਤ ਕੀਤੇ ਸੀਗੇ। ਤੱਤ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਮੰਗਲਾਚਰਨ ਕੀਤਾ ਸੀਗਾ, ਜਿਹੜਾ ਰਚਨਾ ਦੇ ਕਿਸੇ ਸ਼ੁਰੂਆਤ ਦੇ ਵਿੱਚ ਆਉਂਦਾ ਹੈਗਾ, ਠੀਕ ਹੈ ਜੀ। ਫਿਰ ਕਿਸੇ ਰਚਨਾ ਦੇ ਕਾਰਨ ਦੱਸੇ ਜਾਂਦੇ, ਕਵੀ ਪਰਿਚੈ ਕਰਾਉਂਦਾ ਹੈਗਾ ਪਾਤਰਾਂ ਦੇ ਆਪਦਾ, ਠੀਕ ਹੈ। ਉਸ ਤੋਂ ਬਾਅਦ ਪਾਤਰ ਆਉਂਦੇ ਹੈਗੇ ਵੀ ਵਿਰੋਧੀ ਪਾਤਰ ਕਿਹੜੇ ਆ ਵਿੱਚ, ਕਿਸ ਤਰ੍ਹਾਂ ਦੇ ਪਾਤਰ ਹੈ। ਫਿਰ ਹਰੇਕ ਬੰਦ ਨੂੰ ਸਿਰਲੇਖ ਦਿੱਤਾ ਜਾਂਦਾ, ਜੀਵਨ ਦੀਆਂ ਟੱਲ ਸੱਚਾਈਆਂ, ਮੁਹਾਵਰੇ ਪੇਸ਼ ਕੀਤੇ ਜਾਂਦੇ ਆ, ਸਥਾਨਕ ਰੰਗਨ ਦਿੱਤੇ ਜਾਂਦੇ ਆ, ਪ੍ਰਾਭੌਤਿਕ ਸ਼ਕਤੀਆਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ, ਔਰ ਜਿਹੜੀ ਨਾਇਕ ਦੀ ਸੁੰਦਰਤਾ ਨੂੰ ਪੇਸ਼ ਕੀਤਾ ਜਾਂਦਾ, ਔਰ ਸ਼ਬਦਾਵਲੀ, ਭਾਸ਼ਾ, ਸਮੇਂ ਦੇ ਸੱਭਿਆਚਾਰ ਦੀ ਪੇਸ਼ਕਾਰੀ। ਇਹ ਸਾਰੇ ਕੀ ਆ, ਕਿੱਸਾ ਕਾਵਿ ਦੇ ਪ੍ਰਮੁੱਖ ਤੱਤ ਹੈਗੇ ਆ, ਠੀਕ ਹੈ। ਔਰ ਇੱਕ ਗੱਲ ਤੁਸੀਂ ਦੇਖ ਲਿਆ ਜੇ ਵੀ ਸ਼ੁਰੂ ਦੇ ਵਿੱਚ ਮੰਗਲਾਚਰਨ, ਕਿੱਸੇ ਦੇ ਸ਼ੁਰੂ ਦੇ ਵਿੱਚ ਕੀ ਚੀਜ਼ ਦਰਜ ਹੁੰਦੀ ਹੈ, ਮੰਗਲਾਚਰਨ, ਔਰ ਕਿਸੇ ਦੇ ਅੰਤ ਤੇ ਮਹਾਤਮ। ਇਹ ਜ਼ਰੂਰੀ ਨਹੀਂ ਵੀ ਕਿੱਸਾ ਕਾਵਿ 'ਚ ਹਰੇਕ ਰਚਨਾ ਦੇ ਪਿੱਛੇ ਮਹਾਤਮ ਰਚਿਆ ਜਾਵੇ, ਠੀਕ ਹੈ। ਪਰ ਕਈ ਕਿੱਸਿਆਂ ਦੇ ਵਿੱਚ ਤੁਹਾਨੂੰ ਮਾਤਮ ਮਿਲਦਾ ਹੈਗਾ। ਜਿਵੇਂ ਆਪਾਂ ਹੀਰ ਦਮੋਦਰ ਦੀ ਗੱਲ ਲੈ ਲਈਏ ਤਾਂ ਉਹਦੇ ਵਿੱਚ ਕੀ ਜਿਹੜੀ ਐਂਡ ਵਾਲੀ ਲਾਈਨ ਹੈਗੀ ਉਹਨੂੰ ਧਿਆਨ ਨਾਲ ਸੁਣਨਾ, ਪੂਰੀ ਭਈ ਕਥਾ ਹੀਰੇ ਦੀ, ਇਸ ਸਮ ਇਸ਼ਕ ਨਾ ਕੋਈ, ਜਿਉਂ ਚਾਈ ਤਿਉਂ ਤੋੜ ਨਿਭਾਈ, ਜਾਨਤ ਹੈ ਤ੍ਰੈ ਲੋਈ। ਤਾਂ ਮਹਾਤਮ ਤੋਂ ਭਾਵ ਹੁੰਦਾ ਵੀ ਕਿਸੇ ਨੂੰ ਖਤਮ ਕਰਨਾ, ਠੀਕ ਹੈ। ਤਾਂ ਇਹ ਕਿਸੇ ਦੇ ਪ੍ਰਮੁੱਖ ਜਿਹੜੇ ਤੱਤ ਸੀਗੇ। ਜਿਹੜਾ ਹੀਰ ਦਾ ਪੰਜਾਬੀ 'ਚ ਸਭ ਤੋਂ ਪਹਿਲਾਂ ਦਮੋਦਰ ਨੇ ਲਿਖਿਆ, ਮਸਨਵੀ ਦੇ ਵਿੱਚ ਲਿਖਿਆ ਬਾਕੀ ਗੁਲਾਬੀ ਨੇ, ਔਰ ਗੰਗ ਭੱਟ 'ਚ ਲਿਖਿਆ ਹਿੰਦੀ ਦੇ ਵਿੱਚ ਲਿਖਿਆ, ਠੀਕ ਹੈ, ਹੀਰ ਰਾਂਝਾ ਦਾ। ਇਹ ਆਪਣੇ ਕੋਲੇ ਸੀਗਾ ਜੀ ਪੂਰਾ ਕਿੱਸਾ ਕਾਵਿ। ਇਹ ਸੀ ਆਪਣੇ ਕੋਲੇ ਕਿੱਸਾ ਕਾਵਿ। ਉਦੋਂ ਮੁੜ ਕੇ ਜਿੰਨੇ ਵੀ ਆਪਾਂ ਨੂੰ ਪੰਜਾਬੀ ਮਾਸਟਰ ਗੇਟਰ ਦੇ ਵਿੱਚ ਆਪਾਂ ਨੂੰ ਦਿੱਤੇ ਹੈਗੇ ਆ ਕਿੱਸਾਕਾਰ, ਜਿਹਦੇ ਵਿੱਚ ਦਮੋਦਰ ਹੈ, ਵਾਰਿਸ ਹੈ, ਹਾਫਿਜ਼ ਬਰਖੁਰਦਾਰ ਹੈ, ਪੀਲੂ ਹੈ, ਕਾਦਰ ਯਾਰ ਹੈ, ਠੀਕ ਹੈ। ਤਾਂ ਆਪਾਂ ਜਿਹੜੇ ਉਹ ਅੱਗੇ ਆਪਾਂ ਕੱਲ ਨੂੰ ਕੀ ਹੈ ਦਮੋਦਰ ਕਰਾਂਗੇ, ਠੀਕ ਹੈ। ਤਾਂ ਉਸ ਤਰ੍ਹਾਂ ਤੁਹਾਨੂੰ ਸਾਰੀ ਜਿਹੜੀ ਕਥਾ ਹੈਗੀ ਉਹ ਵਿਸਥਾਰ ਸਹਿਤ ਦੱਸਾਂਗੇ। ਉਹਦੇ ਵਿੱਚ ਪਾਤਰ ਕਿਹੜੇ ਕਿਹੜੇ ਆ, ਉਹਦਾ ਕਿੱਸੇ ਦੇ ਵਿੱਚ ਕਿਹੜੀਆਂ ਕਮਜ਼ੋਰੀਆਂ, ਕਿਹੜੀਆਂ ਉਹਨਾਂ ਦੇ ਵਿੱਚ ਉਣਤਾਈਆਂ, ਕਿਹੜੀਆਂ ਉਹਦੀਆਂ ਜਿਹੜੀਆਂ ਹੈਗੀਆਂ ਉਹ ਵਿਸ਼ੇਸ਼ਤਾਈਆਂ,
ਤੋਂ ਸਾਰਾ ਕੁਝ ਦੱਸਿਆ ਜਾਊਗਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਔਰ ਜੇ ਤੁਹਾਨੂੰ ਕੋਈ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਆ ਜੇ ਕੋਈ ਤੁਹਾਨੂੰ ਗਲਤੀ ਲੱਗੇ, ਠੀਕ ਹੈ, ਤਾਂ ਕਮੈਂਟਸ ਜ਼ਰੂਰ ਕਰ ਦਿਆ ਜੇ। ਔਰ ਜਿਹੜਾ ਤੁਹਾਨੂੰ ਹੋਮਵਰਕ ਕਿਹਾ ਸੀ ਉਹ ਜ਼ਰੂਰ ਮੈਨੂੰ ਕਮੈਂਟ ਦੇ ਵਿੱਚ ਕਰ ਦੇਣਾ। ਠੀਕ ਹੈ ਜੀ, ਔਰ ਲਾਸਟ ਵਾਰੀ ਫਿਰ ਕਹਿ ਦੇਣਾ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੇ ਔਰ ਬੈਲ ਆਈਕਨ ਜ਼ਰੂਰ ਦੱਬ ਦਿਆ ਜੇ, ਤਾਂ ਜੋ ਜਿਹੜੀਆਂ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਹੈ ਉਹ ਮਿਲਦੀਆਂ ਰਹਿਣ। ਠੀਕ ਹੈ ਜੀ, ਧੰਨਵਾਦ।